ਪੰਜਾਬ 'ਚ ਇਲੀਗਲ ਮਾਈਨਿੰਗ ਹੋ ਰਹੀ ਹੈ। ਸਵਾਲ ਆਪਣੇ ਵੀ ਕਾਂਗਰਸ ਦੇ ਲੀਡਰ ਚੱਕ ਰਹੇ ਨੇ ਔਰ ਸਵਾਲ ਵਿਰੋਧੀ ਦਲ ਦੇ ਆਗੂ ਵੀ ਚੱਕ ਰਹੇ ਨੇ। ਸੁਖਬੀਰ ਸਿੰਘ ਬਾਦਲ ਖੁਦ ਵੱਖ-ਵੱਖ ਥਾਵਾਂ ਤੇ ਜਾ ਕੇ ਰੇਡ ਮਾਰ ਰਹੇ ਨੇ ਔਰ ਦਿਖਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਮਾਈਨਿੰਗ ਹੋ ਰਹੀ ਹੈ ਔਰ ਇਸ ਵੇਲੇ क्यों इलीगल माइनिंग हो रही है और सरकार क्यों नहीं कदम जड़ा वा उस मुतलक चक रही। माइनिंग मंत्री अज न्यूज़ 18 ते आए ने। मंत्री बहुत बहुत स्वागत है तुहाडा। मेरा भी तुहाडे न्यूज़ 18 ਦੇ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮਿਹਰਬਾਨੀ ਹੈ ਤੁਹਾਡੀ ਵੀ ਕਿ ਤੁਸੀਂ ਅੱਜ ਮਾਈਨਿੰਗ ਦੇ ਇਸ਼ੂ ਤੇ ਮੇਰੇ ਨਾਲ ਗੱਲਬਾਤ ਕਰਨ ਆਏ ਹੋ ਔਰ ਮੈਂ ਵੀ ਚਾਹਾਂਗਾ ਕਿ ਪੰਜਾਬ ਦੇ ਲੋਕਾਂ ਨੂੰ ਔਰ ਤੁਹਾਡੇ ਦਰਸ਼ਕਾਂ ਨੂੰ ਪਤਾ ਲੱਗ ਸਕੇ ਕਿ ਅਸਲ 'ਚ ਮਾਈਨਿੰਗ ਹੈ ਕੀ ਚੀਜ਼ ਹੈ। ਮੰਤਰੀ ਸਭ ਤੋਂ ਪਹਿਲਾਂ ਦੱਸੋ ਮਾਈਨਿੰਗ ਹੁੰਦੀ ਕਿਵੇਂ ਹੈ, ਕਿੰਨੀ ਕੁ ਸਹੀ ਮਾਈਨਿੰਗ ਹੁੰਦੀ ਹੈ, ਕਿੰਨੀ ਕੁ ਇਲੀਗਲ ਮਾਈਨਿੰਗ ਇਸ ਵੇਲੇ ਪੰਜਾਬ 'ਚ ਚੱਲ ਰਹੀ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਆ ਸਿਰਫ ਦੋ ਚੀਜ਼ਾਂ ਦੀ ਹੁੰਦੀ ਹੈ, ਰੇਤਾ ਦੀ ਔਰ ਗ੍ਰੈਵਲ ਦੀ। ਗ੍ਰੈਵਲ ਦੇ ਵਿੱਚੋਂ ਬਜਰੀ ਆ ਜਿਹੜਾ ਪੱਥਰ ਪੁੱਥਰ ਆ ਇਹ ਬਣਦਾ ਤੇ ਰੇਤਾ ਦਾ ਸਾਰਿਆਂ ਨੂੰ ਪਤਾ ਹੀ ਆ। ਇਸ ਤੋਂ ਬਗੈਰ ਪੰਜਾਬ ਦੇ ਵਿੱਚ ਹੋਰ ਕੋਈ ਮਾਈਨਿੰਗ ਨਹੀਂ ਹੁੰਦੀ। ਅੱਜ ਤੋਂ ਕੁਝ ਸਾਲ ਪਹਿਲੋਂ 15 ਸਾਲ ਪਹਿਲੋਂ ਜਾਂ ਇਸ ਤੋਂ ਵੀ ਪਹਿਲੋਂ ਕੋਈ ਮਾਈਨਿੰਗ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ। ਲੋਕ ਨਹਿਰਾਂ 'ਚੋਂ ਰੇਤਾ ਪੁੱਟ ਲਿਆਉਂਦੇ ਸੀ ਔਰ ਆਪਣੇ ਕੰਸਟਰਕਸ਼ਨ ਕਰਦੇ ਸੀ। ਜਿੱਥੇ ਵੱਡੀਆਂ ਸੜਕਾਂ ਦੇ ਕੰਮ ਚੱਲਦੇ ਸੀ ਉੱਥੋਂ ਵੀ ਨਾ ਮਾਤਰ ਮਾਈਨਿੰਗ ਦਾ ਰੇਤਾ ਵੱਲ ਕਿਸੇ ਦਾ ਬਹੁਤਾ ਧਿਆਨ ਨਹੀਂ ਸੀ। ਜਦੋਂ ਅਕਾਲੀ ਦਲ ਦੀ ਸਰਕਾਰ ਆਈ ਆ ਪਿਛਲੇ 10 ਸਾਲ ਰਹੀ ਆ ਉਸ ਵੇਲੇ ਮਾਈਨਿੰਗ ਦਾ ਜਿਹੜਾ ਮਸਲਾ ਜਿਹੜਾ ਭਖਣਾ ਸ਼ੁਰੂ ਹੋਇਆ ਔਰ ਅਸਲ 'ਚ ਅੱਜ ਜਿਹੜਾ ਮਾਫੀਆ ਮਾਈਨਿੰਗ ਮਾਫੀਆ ਦਾ ਨਾਂ ਦਿੱਤਾ ਗਿਆ ਉਹ ਅਕਾਲੀ ਦਲ ਦੀ ਦੇਣ ਹੈ। ਕਿਉਂਕਿ ਹੁਣ ਅੱਜ ਦੇਖੋ ਜਿੰਨਾ ਚਿਰ ਕਿਸੇ ਚੀਜ਼ ਦੇ ਵਿੱਚ ਨਾ ਜਾਈਏ ਉਹਦਾ ਪਤਾ ਨਾ ਲੱਗੇ ਉਹਨਾਂ ਚਿਰ ਕੋਈ ਕਹਿਣਾ ਬਹੁਤ ਔਖਾ ਲੱਗਦਾ ਹੈ। ਕਿਉਂਕਿ ਮੇਰੇ ਕੋਲ ਅੱਜ ਡਿਪਾਰਟਮੈਂਟ ਹੈ, ਮੈਂ ਇੱਕ ਇੱਕ ਚੀਜ਼ ਇਹਦੇ 'ਚ ਵੇਖੀ ਹੈ, ਸਟੱਡੀ ਕੀਤੀ ਹੈ, ਨਾਲ ਦੀਆਂ ਸਟੇਟਾਂ ਦੀ ਵੀ ਪਾਲਿਸੀ ਵੇਖੀ ਹੈ। ਤਾਂ ਮੈਂ ਇਹ ਸਮਝ ਸਕਿਆ ਕਿ ਇਹਦੇ ਵਿੱਚ ਮਾਈਨਿੰਗ ਤੋਂ ਸਰਕਾਰ ਨੂੰ ਇਲੀਗਲ ਬੰਦ ਕਰਕੇ ਕਿੰਨਾ ਪੈਸਾ ਆ ਸਕਦਾ। ਇਹਨਾਂ ਦੇ ਵੇਲੇ 10 ਸਾਲ ਦੇ ਵਿੱਚ ਤਕਰੀਬਨ 400 ਕਰੋੜ ਰੁਪਈਆ ਜਿਹੜਾ ਰੈਵਨਿਊ ਆਇਆ, ਜਿਹਦੀ ਐਵਰੇਜ 40 ਕਰੋੜ ਰੁਪਈਆ ਬਣਦੀ ਹੈ ਔਰ ਮੇਰਾ ਖਿਆਲ 40 ਕਰੋੜ ਤੋਂ ਵੀ ਘੱਟ ਹਰ ਸਾਲ ਇਹਨਾਂ ਕੋਲ ਮਾਈਨਿੰਗ ਦੇ ਪੈਸੇ ਆਉਂਦੇ ਰਹੇ। ਅਸੀਂ ਓਪੋਜੀਸ਼ਨ ਸਾਂ, ਉਸ ਵੇਲੇ ਰੌਲਾ ਵੀ ਪੈਂਦਾ ਰਿਹਾ, ਮਾਈਨਿੰਗ ਮਾਫੀ ਦਾ ਵੀ ਪੈਂਦਾ ਰਿਹਾ, ਪਰ ਇਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਸਾਡੇ ਲੀਡਰ ਵੀ ਇਸ ਚੀਜ਼ ਦਾ ਰੌਲਾ ਪਾਉਂਦੇ ਰਹੇ ਕਿ ਇੱਥੋਂ ਰੈਵਨਿਊ ਵੱਧ ਆ ਸਕਦਾ ਆ, ਤੁਸੀਂ ਕਿਉਂ ਨਹੀਂ ਉੱਧਰ ਧਿਆਨ ਦਿੰਦੇ, ਤੁਸੀਂ ਉੱਥੋਂ ਕਿੱਧਰ ਜਾਂਦਾ ਉਹ ਪੈਸਾ ਜਿਹੜਾ ਬਾਕੀ ਆਉਂਦਾ ਉਹ ਮਾਈਨਿੰਗ ਮਾਫੀਆ ਦਾ ਕਿਹਨੂੰ ਦਿੰਦਾ ਮਾਈਨਿੰਗ ਮਾਫੀਆ। ਇਹ ਸਾਰੇ ਇਸ਼ੂ ਉਸ ਵੇਲੇ ਚੱਲਦੇ ਹੁੰਦੇ ਸੀ। ਪਰ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਇਹ ਡਿਪਟੀ ਮੁੱਖ ਮੰਤਰੀ ਵੀ ਰਹੇ, ਮੁੱਖ ਮੰਤਰੀ ਸਨ। ਡਿਪਟੀ ਮੁੱਖ ਮੰਤਰੀ ਕਾਹਦੇ ਸੀ, ਇਹਨਾਂ ਦੇ ਤੂਤੀ ਬੋਲਦੀ ਸੀ, ਪਰ ਇਹਨਾਂ ਦਾ ਕਦੀ ਕੰਨ ਤੇ ਜੂੰ ਨਹੀਂ ਸਰਕੀ ਕਿ ਅਸੀਂ ਇਸ ਚੀਜ਼ ਨੂੰ ਵੇਖੀਏ ਜਾਂ ਪਤਾ ਨਹੀਂ ਇਹਨਾਂ ਨੂੰ ਵਿੱਚੋਂ ਕੀ ਹਿੱਸਾ ਪਤੀ ਆਉਂਦਾ ਹੋਊਗਾ। ਇਹ ਤੇ ਇਹੋ ਜਾਣਦੇ ਆ, ਮੈਂ ਤਾਂ ਨਹੀਂ ਕੁਝ ਕਹਿ ਸਕਦਾ। ਲੇਕਿਨ ਅੱਜ ਤੁਸੀਂ ਦੇਖ ਰਹੇ ਹੋ ਮੈਂ ਦੱਸਣਾ ਚਾਹੁੰਦਾ ਇਹੋ ਹੀ। ਤੇ ਅੱਜ 4.5 ਸਾਲ ਸਾਡੀ ਸਰਕਾਰ ਨੂੰ ਹੋ ਗਏ। ਅੱਜ ਸੁਖਬੀਰ ਜੀ ਬੜੇ ਨਿਕਲੇ ਆ ਔਰ ਇਹ ਭੁੱਲ ਗਏ ਕਿ ਸਾਡੇ ਵੇਲੇ ਦੀਆਂ ਜਿਹੜੀਆਂ ਖੱਡਾਂ 30 ਫੁੱਟ ਅਸੀਂ ਡੂੰਘੀਆਂ ਪੁੱਟੀਆਂ ਸੀ, ਅੱਜ ਉਹਨਾਂ ਤੇ ਹੀ ਤੁਰੇ ਫਿਰਦੇ ਆ। ਜਾਂ ਤੇ ਪਤਾ ਨਹੀਂ ਜਾਣ ਬੁੱਝ ਕੇ ਗਏ ਆ ਜਾਂ ਪਤਾ ਨਹੀਂ ਕੀ ਵੇਖਣ ਗਏ ਆ ਜਾਂ ਕੋਈ ਸੁਪਨਾ ਇਹੋ ਜਿਹਾ ਲੈ ਲਿਆ ਕਿ ਗਾਂ ਸਾਡੀ ਵਾਰੀ ਆਉਣੀ ਹੈ, ਖੱਡਾਂ ਖੁੱਡਾਂ ਵੇਖ ਲਈਏ ਚੰਗੀ ਤਰ੍ਹਾਂ ਵੀ ਕਿੱਥੋਂ ਕੀ ਕੁਝ ਕਰਨਾ, ਜਿਹੜਾ ਕਿ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋਣਾ। ਪਰ ਚਲੋ ਸੁਪਨੇ ਲੈਣੇ ਚਾਹੀਦੇ, ਹਰ ਇੱਕ ਨੂੰ ਲੈਣ। ਪਰ ਇਹੋ ਜਿਹੇ ਇਲਜ਼ਾਮ ਲਾਉਣੇ ਸਾਡੀ ਸਰਕਾਰ ਤੇ, ਇਹੋ ਜਿਹੀਆਂ ਗੱਲਾਂ ਕਰਨੀਆਂ, ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਉਹ ਆਪਣੀ ਟਾਈਮ ਤੇ ਝਾਤੀ ਮਾਰ ਲੈਣ। ਸਾਡੀ ਸਰਕਾਰ ਜਦੋਂ ਬਣੀ ਸੀ ਮੁੱਖ ਮੰਤਰੀ ਸਾਹਿਬ ਦੇ ਮਨ 'ਚ ਇੱਕੋ ਹੀ ਨਿਸ਼ਾਨਾ ਸੀ ਕਿ ਜਿਹੜੀ ਇਲੀਗਲ ਮਾਈਨਿੰਗ ਹੈ ਇਹਨੂੰ ਬੰਦ ਕਰਨਾ। ਦੇਖੋ ਨਵੀਂ ਚੀਜ਼ ਕੋਈ ਲੈ ਕੇ ਆਉਣੀ ਜਾਂ ਕੋਸ਼ਿਸ਼ ਕਰਨੀ ਹਰ ਇੱਕ ਸਰਕਾਰ ਦਾ ਫਰਜ਼ ਹੈ। ਅਸੀਂ ਵੀ ਉਸ ਵੇਲੇ ਪ੍ਰੋਗਰੈਸ ਬਿਡਿੰਗ ਹੋਈ ਸੀ, ਮੇਰੇ ਕੋਲ ਨਹੀਂ ਸੀ ਉਸ ਵੇਲੇ ਡਿਪਾਰਟਮੈਂਟ, ਔਰ ਲੋਕਾਂ ਨੂੰ ਵੀ ਬੜਾ ਭੁਲੇਖਾ ਸੀਗਾ ਕਿ ਬੜਾ ਪੈਸਾ ਜੀ ਮਾਈਨਿੰਗ ਦੇ ਵਿੱਚ, ਪਤਾ ਨਹੀਂ ਕਿੰਨਾ ਇੱਥੇ ਕਰੋੜਾਂ ਰੁਪਏ ਇੱਥੇ ਆ ਜਾਣੇ ਆ। ਔਰ ਜਿਹੜੀ ਚੀਜ਼ 1-1 ਕਰੋੜ ਦੀ ਸੀ ਮਾਈਨ ਜਿਹੜੀ ਲੈਣੀ ਬਣਦੀ ਸੀ ਉਹ ਲੋਕਾਂ ਨੇ 10-10 ਕਰੋੜ 'ਚ ਲਈ ਔਰ ਉਹ ਪੈਸੇ ਸਾਰਿਆਂ ਦੇ ਵਿਚਾਰਿਆਂ ਦੇ ਮਾਰੇ ਗਏ। ਸਾਰੇ ਕੰਮ ਛੱਡ ਕੇ ਚਲੇ ਗਏ, ਕੋਈ ਕੰਮ ਸਹੀ ਤਰ੍ਹਾਂ ਨਹੀਂ ਸੀ ਚੱਲ ਸਕਿਆ, ਰੌਲਾ ਉਸ ਤਰ੍ਹਾਂ ਹੀ ਚੱਲਦਾ ਰਿਹਾ। ਉਸ ਤੋਂ ਬਾਅਦ ਮੇਰੇ ਕੋਲ ਡਿਪਾਰਟਮੈਂਟ ਆ ਗਿਆ, ਮੈਨੂੰ ਸੀਐਮ ਸਾਹਿਬ ਨੇ ਬੁਲਾਇਆ ਔਰ ਮੈਨੂੰ ਉਹਨਾਂ ਕਿਹਾ ਵੀ ਇਹਦਾ ਕਿਸ ਤਰ੍ਹਾਂ ਆਪਾਂ ਨੂੰ ਰੈਵਨਿਊ ਆ ਸਕਦਾ, ਇਹਦੇ 'ਤੇ ਕੋਈ ਸੋਚ ਵਿਚਾਰ ਕਰੋ। ਫਿਰ ਮੈਂ ਜਾ ਕੇ ਨਾਲ ਦੀਆਂ ਪਾਲਿਸੀਆਂ ਵੇਖੀਆਂ ਔਰ ਐਂਡ ਆਫ ਦਿਸ ਕਿ ਅਸੀਂ ਇਸ ਰਿਜ਼ਲਟ 'ਤੇ ਪਹੁੰਚੇ ਕਿ ਅਸੀਂ ਪੰਜਾਬ ਨੂੰ 7 ਕਲਸਟਰ ਦੇ ਵਿੱਚ ਵੰਡਿਆ ਔਰ 7 ਕਲਸਟਰ 'ਚ ਵੰਡ ਕੇ ਉਹਦੀ ਆਕਸ਼ਨ ਜਿਹੜੀ ਅਸੀਂ ਡੇਟ ਰੱਖਤੀ। ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਤੁਹਾਡੇ ਦਰਸ਼ਕਾਂ ਨੂੰ ਕਿ ਉਸ ਵੇਲੇ ਸਾਨੂੰ ਬੜੀ ਮੁਸ਼ਕਲ ਆਈ
ਔਰ ਜਿਹੜੇ ਮਾਫੀਏ ਦਾ ਅੱਜ ਨਾਂ ਲੈਂਦੇ ਆ, ਜਿਹੜਾ ਇਹਨਾਂ ਦੀ ਸਰਕਾਰ ਵੇਲੇ ਜਿਹੜਾ ਜਿਹਨੂੰ ਜਨਮ ਦਿੱਤਾ ਸੀ ਇਹਨਾਂ, ਉਸ ਮਾਫੀਏ ਨੇ ਕੋਰਟ ਤੋਂ ਜਾ ਕੇ ਸਟੇ ਲੈ ਲਿਆ। ਸਾਡੀ ਨਵੀਂ ਪਾਲਿਸੀ ਨੂੰ ਚੈਲੰਜ ਕੀਤਾ, ਸਟੇ ਹੋ ਗਿਆ। 7 ਮਹੀਨੇ ਬਾਅਦ ਅਸੀਂ ਉਹ ਸਟੇ ਤੜਵਾਇਆ। ਉਸ ਤੋਂ ਬਾਅਦ ਅਸੀਂ ਔਕਸ਼ਨ ਰੱਖੀ। ਫਿਰ ਉਹੀ ਜੋ ਗੁੰਡੇ ਇਹਨਾਂ ਦੇ ਜੋ ਉਸ ਵੇਲੇ ਦੇ ਮਾਫੀਏ ਵਾਲੇ ਬੰਦੇ ਸੀ, ਲੋਕਲ ਬੰਦਿਆਂ ਨੂੰ ਡਰਾਇਆ ਗਿਆ ਜਿਹੜੇ ਕੋਈ ਨਵੇਂ ਪਾਰਟਿਸਿਪੇਟ ਕਰਨਾ ਚਾਹੁੰਦੇ ਸੀ ਕਿ ਤੁਸੀਂ ਇਹਦੇ 'ਚ ਪਾਰਟਿਸਿਪੇਟ ਨਾ ਕਰੋ, ਕਿਉਂਕਿ ਉਹ ਚਾਹੁੰਦੇ ਸੀਗੇ ਕਿ 40 ਕਰੋੜ ਰੁਪਈਆ ਅੱਗੇ ਦੇਣੇ ਸਾਂ, ਹੋਰ 10-20 ਕਰੋੜ ਸਾਡੇ ਕੋਲ ਲੈ ਲਓ ਜੇ ਸਰਕਾਰ ਲੈਣੀ ਹੈ, ਤੇ ਕੰਮ ਉਸੇ ਤਰ੍ਹਾਂ ਚੱਲਦਾ ਰਹੇ, ਜਿਹੜਾ ਕਿ ਨਾ ਮੈਨੂੰ ਮਨਜ਼ੂਰ ਸੀ ਨਾ ਮੁੱਖ ਮੰਤਰੀ ਸਾਹਿਬ ਨੂੰ ਮਨਜ਼ੂਰ ਸੀ, ਕਿਉਂਕਿ ਅਸੀਂ ਇਲੀਗਲ ਨਾਂ ਨੂੰ ਖਤਮ ਕਰਨਾ ਚਾਹੁੰਦੇ ਸਾਂ। ਔਰ ਫਿਰ ਅਸੀਂ ਬਾਹਰਲੇ ਠੇਕੇਦਾਰਾਂ ਨੂੰ ਅਪਰੋਚ ਕੀਤੀ, ਆਊਟ ਆਫ ਸਟੇਟ, ਉੱਥੋਂ ਲੈ ਕੇ ਆਏ ਹਾਂ। ਜੰਮੂ ਕਸ਼ਮੀਰ ਤੋਂ ਠੇਕੇਦਾਰ ਲਿਆਂਦੇ, ਰਾਜਸਥਾਨ ਚੋਂ ਲੈ ਕੇ ਆਏ ਹਾਂ, ਯੂਪੀ ਚੋਂ ਲੈ ਕੇ ਆਏ ਹਾਂ, ਉਹਨਾਂ ਨੂੰ ਪਾਰਟਿਸਿਪੇਟ ਕਰਾਇਆ। ਟਾਰਗੇਟ ਸਾਡਾ ਜ਼ਿਆਦਾ ਸੀ। ਅਸੀਂ ਸੋਚਦੇ ਸਾਂ ਉਸ ਵੇਲੇ ਜਦੋਂ ਮੈਂ ਪਾਲਿਸੀ ਬਣਾਈ ਕਿ ਸ਼ਾਇਦ ਸਾਨੂੰ 400 ਕਰੋੜ ਤੱਕ ਆ ਜਾਵੇ, ਪਰ ਆਕਸ਼ਨ ਜਿਹੜੀ ਹੋਈ ਆ ਉਸ ਵੇਲੇ ਉਹ 304 ਕਰੋੜ ਦੀ ਗਈ। ਸਾਡਾ 304 ਕਰੋੜ ਟੀਚਾ ਪੂਰਾ ਨਹੀਂ ਹੋ ਸਕਿਆ। ਉਹ ਇਸ ਕਰਕੇ ਨਹੀਂ ਹੋ ਸਕਿਆ ਕਿ ਜਿੱਥੇ ਜਿੱਥੇ ਇਹਨਾਂ ਦੇ ਪੁਰਾਣੀਆਂ ਕਾਰਨਾਮੇ ਸੀ, ਬਹੁਤ ਡੂੰਘੇ ਖੱਡੇ ਸੀ, ਉੱਥੇ ਠੇਕੇਦਾਰਾਂ ਨੇ ਹੱਥ ਖੜੇ ਕਰ ਦਿੱਤੇ। ਮੰਨ ਲਓ ਕੋਈ ਮੁਹਾਲੀ ਦੇ ਆਪਣੇ ਇੱਧਰਲਾ ਡੇਰਾ ਬਸੀ ਵਾਲੀ ਸਾਈਡ ਸੀ, ਇੱਧਰ ਉਹਨਾਂ ਕੰਮ ਨਹੀਂ ਚਲਾਇਆ ਆਉਂਦੇ, ਜੇ ਉੱਥੇ ਤੇ ਸਾਨੂੰ ਵੇਖ ਕੇ ਆਓ 40-40 ਫੁੱਟ ਦੇ ਡੂੰਘੇ ਖੱਡੇ ਪਏ ਆ, ਤੇ ਕੱਲ ਨੂੰ ਅਸੀਂ ਇੱਥੋਂ ਮਾਈਨਿੰਗ ਕਿੱਥੋਂ ਕਰੀਏ? ਜੇ ਸਾਈਟਾਂ ਜਿਹੜੀਆਂ ਸਾਨੂੰ ਦਿੱਤੀਆਂ ਜੇ ਅਸੀਂ ਕਰਾਂਗੇ ਤੇ ਸਾਡੇ ਨਾਂ ਤੇ ਲੱਗ ਜਾਣੇ ਆ, ਕੱਲ ਨੂੰ ਅਸੀਂ ਇੱਥੇ ਮਾਈਨਿੰਗ ਨਹੀਂ ਕਰਨੀ। ਉਹ ਸਾਡਾ ਉਹ ਪੈਸਾ ਵੀ ਘਟਿਆ। ਇਸੇ ਤਰ੍ਹਾਂ ਸਾਨੂੰ এনवायरमेंट ਕਲੀਅਰੈਂਸ ਦੀ ਅੰਮ੍ਰਿਤਸਰ ਦੀ ਵੀ ਪ੍ਰੋਬਲਮ ਆਈ। ਮੈਂ ਦੱਸਣਾ ਇਹੋ ਚਾਹੁੰਦਾ, ਥੋੜਾ ਜਿਹਾ ਚੱਲਿਆ, ਅੰਮ੍ਰਿਤਸਰ ਦੀ ਵੀ ਆਈ, ਪਰ ਉਸ ਦੇ ਬਾਵਜੂਦ ਵੀ ਅਸੀਂ 263 ਕਰੋੜ ਰੁਪਈਆ ਜਿਹੜਾ ਰੈਵਨਿਊ ਇਕੱਠਾ ਕੀਤਾ, ਔਰ ਰੇਤੇ ਤੇ ਵੀ ਕੰਟਰੋਲ ਕੀਤਾ, ਰੇਟ ਤੇ ਵੀ ਕੰਟਰੋਲ ਕੀਤਾ। ਇਹੀ ਸਾਡੀ ਮਨਸਾ ਸੀ ਕਿ ਰੇਟ ਵੀ ਠੀਕ ਰਵੇ ਔਰ ਸਰਕਾਰ ਨੂੰ ਥੋੜਾ ਬਹੁਤਾ ਰੈਵਨਿਊ ਵੀ ਜਿਹੜਾ ਵੱਧ ਤੋਂ ਵੱਧ ਜਿੰਨਾ ਆ ਸਕਦਾ ਉਹ ਆਵੇ। ਇਸ ਵੇਲੇ ਹੁਣ ਜਿਹੜੀ ਇਸ ਸਾਲ ਜਿਹੜਾ ਸੀਜ਼ਨ ਸ਼ੁਰੂ ਹੋਇਆ ਚੱਲਣ ਡਿਆ, ਅਜੇ ਇੱਕ ਕੁਆਟਰ ਸਾਡੇ 3 ਮਹੀਨੇ ਨਿਕਲੇ ਆ ਫਾਈਨੈਂਸ਼ੀਅਲ ਈਅਰ ਦੇ, ਔਰ ਸਾਡਾ ਟਾਰਗੇਟ 320 ਕਰੋੜ ਦਾ ਹੈ, ਔਰ 80 ਕਰੋੜ ਦੇ ਕਰੀਬ ਸਾਨੂੰ ਆ ਪਹਿਲੇ ਕੁਆਟਰ 'ਚ ਆ ਵੀ ਚੁੱਕਾ ਹੈ। ਲੇਕਿਨ ਅਗਰ ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਡੀ ਨਜ਼ਰ ਦੇ ਵਿੱਚ ਨੇ ਜਿਹੜੇ ਮਾਫੀਆ, ਤੁਸੀਂ ਐਕਸ਼ਨ ਕਿਉਂ ਨਹੀਂ ਲਿੱਤਾ ਉਹਨਾਂ ਦੇ ਉੱਤੇ? ਦੇਖੋ, ਇਹ ਕਿਹਾ ਜਾਂਦਾ ਹੈ ਕਿ ਚਾਹੇ ਸਰਕਾਰ ਅਕਾਲੀ ਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ, ਉਹ ਮਾਫੀਆ ਉਸੇ ਤਰੀਕੇ ਦੇ ਨਾਲ ਚੱਲਦਾ। 75-25 ਦਾ ਜ਼ਿਕਰ ਹੁੰਦਾ ਹੈ ਕਿ ਜਿਸ ਦੀ ਸਰਕਾਰ ਹੈ 75 ਉਹਨੂੰ ਦਿੱਤਾ ਜਾਂਦਾ, 25 ਉਹਨੂੰ। ਮੈਂ ਤੁਹਾਨੂੰ ਜ਼ਿਕਰ ਕਰ ਦਿੱਤਾ ਪਹਿਲੋਂ ਕਿ ਉਹ ਮਾਫੀਏ ਨੇ ਹੀ ਸਾਨੂੰ ਰੋਕਿਆ, ਸਾਨੂੰ ਆਕਸ਼ਨ ਤੇ ਵੀ ਅੜਿਕਣਾ ਪਾਈ। ਐਕਸ਼ਨ ਕਿਉਂ ਨਹੀਂ ਲਿੱਤਾ ਗਿਆ? ਐਕਸ਼ਨ ਲੈਂਦੇ ਤੁਸੀਂ? ਐਕਸ਼ਨ ਅੱਜ ਉਹ ਬੰਦੇ ਜਿਨ੍ਹਾਂ ਕੋ ਕੇਸ ਕਰਾਉਂਦੇ, ਹੁਣ ਮੈਨੂੰ ਦੱਸੋ, ਅੱਜ ਡੀਸਿਲਟਿੰਗ ਅਸੀਂ ਕੀਤੀ ਆ। ਡੀਸਿਲਟਿੰਗ ਤਾਂ ਬੰਦੇ ਕੌਣ ਹੈ? ਤੁਸੀਂ ਨਾਮ ਦੱਸੋ। ਆ ਬੰਦੇ ਨੇ, ਆ ਮਾਫੀਆ ਵਾ। ਦੇਖੋ ਦੇਖੋ ਅੱਜ ਜਿਹੜੇ ਉਹ ਬੰਦੇ ਨੇ ਉਹ ਆਪ ਸਾਹਮਣੇ ਨਹੀਂ ਆਉਂਦੇ, ਪਰ ਕਰਾਉਂਦੇ ਉਹੋ ਹੀ ਨੇ। ਕਦੀ ਕਿਸੇ ਕੋ ਕੋਈ ਕੇਸ ਕੋਰਟ 'ਚ ਪਵਾ ਦਿੰਦੇ ਆ, ਕੋਈ ਕਿਸੇ ਕੋ ਕੇਸ ਪਵਾਉਂਦੇ। ਉਹਨਾਂ ਗਰੀਬਾਂ ਨੂੰ ਅਸੀਂ ਫੜ ਕੇ ਕੀ ਕਰੀਏ? ਉਹਨਾਂ ਨੂੰ ਉਹ ਤੇ ਐਵੇਂ ਵਿਚਾਰੇ ਪਿੰਡਾਂ ਦੇ ਫੜ ਕੇ ਬੰਦਿਆਂ ਕੋਲ ਕੇਸ ਦਵਾ ਦਿੰਦੇ ਆ ਕਿ ਕ੍ਰੈਸ਼ਰ ਵਾਲੇ। ਸਿੱਧੂ ਕਹਿ ਰਹੇ ਕਿ 75-25 ਜਿਸ ਦੀ ਸਰਕਾਰ ਆ 75 ਉਹਨੂੰ ਮਿਲਦਾ, 25 ਦੂਜੇ ਨੂੰ ਮਿਲਦਾ। ਦੇਖੋ ਮੇਰੀ ਇੱਕ ਗੱਲ ਸੁਣੋ, ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ ਜੇ ਪੁਰਾਣੇ ਬੰਦਿਆਂ ਨੂੰ ਅਸੀਂ ਦੇਣਾ ਹੁੰਦਾ ਜਾਂ ਉਸ ਮਾਫੀਏ ਦੇ ਥੱਲੇ ਅਸੀਂ ਝੁਕ ਜਾਂਦੇ, ਫਿਰ ਸਾਨੂੰ ਬਾਹਰੋਂ ਠੇਕੇਦਾਰ ਲਿਆਉਣ ਦੀ ਜ਼ਰੂਰਤ ਨਹੀਂ ਸੀ। ਇਹ ਠੇਕੇਦਾਰਾਂ ਦਾ ਮੈਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਕੋਈ ਨਾਂ ਲੈ ਕੇ ਦੱਸੇ ਕਿ ਇਹਨਾਂ ਠੇਕੇਦਾਰਾਂ ਕੋਲ ਕੋਈ ਕੰਮ ਹੈਗਾ ਸੀ ਉਸ ਸਰਕਾਰ ਵੇਲੇ? ਐਕਸ਼ਨ ਵੀ ਨਹੀਂ ਨਾ ਲਿੱਤਾ ਉਹਨਾਂ ਤੇ। ਐਕਸ਼ਨ ਕੀ ਲਈਏ? ਕੋਈ ਸਾਹਮਣੇ ਸਾਡੇ ਆਵੇ ਨਾ ਤੇ ਅਸੀਂ ਐਕਸ਼ਨ ਲਵਾਂਗੇ। ਅੱਜ ਵੇਖੋ ਤੇ ਗੱਲ ਇਹ ਆ, ਮਾਫੀਆ ਮੈਂ ਤੇ ਅੱਜ ਵੀ ਆਨਾ, ਮਾਫੀਆ ਜਨਮ ਹੀ ਇਹਨਾਂ ਦਿੱਤਾ, ਮਾਫੀਆ ਨਾ ਇਹਨਾਂ ਪੈਦਾ ਕੀਤਾ। ਮਾਫੀਆ ਦਿੱਤਾ ਚੱਲ ਅਜੇ ਵੀ ਰਿਹਾ। ਕੱਲ ਚੱਲ ਕਿਤਨੇ ਰਿਹਾ ਮਾਫੀਆ? ਸੁਖਬੀਰ ਬਾਦਲ ਜਿਹੜਾ ਦਿਖਾ ਮੇਰੀ ਇੱਕ ਗੱਲ, ਮੇਰੀ ਮਾਫੀਆ ਕਿਹਨੂੰ ਕਹਿੰਦੇ ਹੋ ਤੁਸੀਂ? ਮਾਫੀਆ ਕਹਿੰਦਾ ਸ਼ਰੇਆਮ ਗੁੰਡਾਗਰਦੀ ਕਰਨੀ, ਸਰਕਾਰ ਦੇ ਸਾਹਮਣੇ ਉੱਥੇ ਲੁੱਟ ਖਸੁੱਟ ਕਰਨੀ, ਸਰਕਾਰ ਨੇ ਅੱਖਾਂ ਮੀਟ ਕੇ ਬੰਦ ਕਰਕੇ ਵੇਖਦੇ ਰਹਿਣਾ, ਪੁਲਿਸ ਦੇ ਸਾਹਮਣੇ ਉਹਨਾਂ ਲੁੱਟ ਖਸੁੱਟ ਕਰਨੀ, ਉਹਨੂੰ ਮਾਫੀਆ ਕਹਿੰਦੇ ਆ। ਜਿਹਨੂੰ ਜੰਗਲ ਰਾਜ ਕਹਿ ਦਿੰਦੇ ਆ, ਉਹ ਮਾਫੀਆ ਹੁੰਦਾ। ਅੱਜ ਕਿਹੜੀ ਜਗ੍ਹਾ ਮੈਨੂੰ ਕੋਈ ਇੱਕ ਵੀ ਸਾਈਟ ਵਿਖਾਓ ਜਿੱਥੇ ਮਾਫੀਆ ਕੰਮ ਕਰ ਰਿਹਾ? ਔਰ ਸਰਕਾਰ ਨੂੰ ਪੈਸੇ ਪਹੁੰਚ ਜਾਂਦੇ, ਮੰਤਰੀ ਨੂੰ, ਸਰਕਾਰ ਨੂੰ ਪੈਸੇ ਪਹੁੰਚਣੇ ਹੁੰਦੇ ਨਾ। ਜੇ ਮੇਰੀ ਇੱਕ ਗੱਲ ਸੁਣੋ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਜੇ ਪੈਸੇ ਪਹੁੰਚਦੇ ਹੁੰਦੇ ਤੇ ਸਾਡਾ ਰੈਵਨਿਊ ਨਾ ਵੱਧਦਾ। ਅਸੀਂ ਵੀ ਉਹ 40 ਕਰੋੜ ਦੀ 50 ਕਰੋੜ ਲੈ ਕੇ ਤੇ ਬਾਕੀ ਸਾਡੇ ਐਮਐਲਏ ਤੇ ਮੰਤਰੀ ਪੈਸੇ ਲੈਂਦੇ। ਇਹ ਭੁਲੇਖਾ ਆ ਇਹਨਾਂ ਨੂੰ। ਇਹ ਲੋਕਾਂ ਦੀਆਂ ਅੱਖਾਂ ਦੇ ਵਿਧਾਇਕਾਂ ਦੇ ਵੀ ਚੱਲਦੇ। ਨਾਂ ਲੈਣ ਨੂੰ ਕੀ ਆ? ਕੋਈ ਮੇਰਾ ਵੀ ਲਈ ਜਾਊਗਾ, ਪਰ ਕੋਈ ਸਾਬਤ ਤੇ ਕਰਕੇ ਵਿਖਾਵੇ ਕਿਹੜਾ ਵਿਧਾਇਕ ਅੱਜ ਇਲੀਗਲ ਮਾਈਨਿੰਗ ਕਰ ਰਿਹਾ। ਮੈਂ ਅੱਜ ਵੜਿੰਗ ਨੇ ਸਵਾਲ ਚੁੱਕੇ, ਮੇਰੀ ਇੱਕ ਰਾਜਾ ਵੜਿੰਗ ਨੇ ਸਵਾਲ ਚੁੱਕੇ। ਦੇਖੋ ਸਵਾਲ ਚੁੱਕਿਆਂ ਵਾਲੀ ਗੱਲ, ਰਾਜਾ ਵੜਿੰਗ ਤੇ ਤੁਹਾਡੀ ਪਾਰਟੀ ਦੇ ਨੇ ਕੀ ਸਵਾਲ ਚੁੱਕਿਆ ਸੀ ਉਹਨੇ? ਰਾਜਾ ਵੜਿੰਗ ਜਿਹੜੇ ਸਰੂਪ ਹੋ ਰਹੇ ਨੇ, ਉਹ ਕਹਿ ਰਹੇ ਨੇ, ਕਹਿੰਦੇ ਇੱਕ ਮੰਤਰੀ ਹੈ, ਮੰਤਰੀ ਦੀ ਉਸ ਦੇ ਵਿੱਚ ਸਾਰੀ ਇਨਵੋਲਵਮੈਂਟ ਹੈ, ਉਸ ਦੀ ਰਿਸ਼ਤੇਦਾਰੀ ਦੀ ਇਨਵੋਲਵਮੈਂਟ ਹੈ। ਕਿੱਥੇ? ਬਠਿੰਡਾ ਵਾਲੇ ਪਾਸੇ। ਦੇਖੋ ਬਠਿੰਡਾ ਵਾਲੇ ਸਾਡੇ ਕੋਲ ਕੋਈ ਮਾਈਨ ਨਹੀਂ ਹੈਗੀ। ਸਾਡੇ ਕੋਲ ਜਿਹੜੀਆਂ ਮਾਈਨਿੰਗ ਦੀ ਮੇਰੇ ਕੋਲ ਲਿਸਟ ਆ
2 ਮਾਈਨਾਂ ਇਸ ਵੇਲੇ ਸਾਡੀਆਂ ਚੱਲ ਰਹੀਆਂ ਆ ਜਿੱਥੋਂ ਕੰਟਰੈਕਟਰਾਂ ਨੂੰ ਅਸੀਂ ਅਲਾਓ ਕੀਤਾ। ਉਸ ਤੋਂ ਬਗੈਰ ਜਿੱਥੇ ਵੀ ਕੋਈ ਇਹ ਮਾਈਨ ਕਰੂਗਾ ਉਹ ਇਲੀਗਲ ਆ ਔਰ ਅਸੀਂ ਉੱਥੇ ਲਾਓ ਨਹੀਂ ਕਰਦੇ। ਮੈਂ ਨਹੀਂ ਇਹ ਕਹਿੰਦਾ ਕਿ ਰਾਤ ਬਰਾਤੇ ਅਜੇ ਵੀ ਚੋਰੀ ਹੁੰਦੀ ਆ। ਅਸੀਂ ਜਦੋਂ ਦੀ ਸਾਡੀ ਸਰਕਾਰ ਬਣੀ ਆ ਜਾਂ ਜਦੋਂ ਦਾ ਨਵੀਂ ਪਾਲਿਸੀ ਲੈ ਕੇ ਆਏ ਆ 2500 ਦੇ ਕਰੀਬ ਅਸੀਂ ਪਰਚੇ ਦਰਜ ਕੀਤੇ ਆ। ਜਿਹੜੇ ਉਹ ਮਾਫੀਆ ਨਹੀਂ ਰਹਿਣ ਦਿੱਤਾ, ਉਹ ਚੋਰੀ ਕਰਨ ਲੱਗ ਗਏ ਸੀ, ਮੁੜ ਕੇ ਰਾਤ ਬਰਾਤੇ ਕਰਦੇ ਸੀ। ਕਿਉਂਕਿ ਮਾਈਨਿੰਗ, ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਮਾਈਨਿੰਗ ਸਿਰਫ ਦਿਨੇ ਹੁੰਦੀ ਆ। ਅਸੀਂ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਾਈਨਿੰਗ ਨੂੰ ਲਾਓ ਕੀਤਾ ਆ। ਕੰਟਰੈਕਟਰ ਵੀ ਜੇ ਰਾਤ ਨੂੰ ਮਾਈਨਿੰਗ ਕਰਦਾ ਉਹ ਵੀ ਇਲੀਗਲ ਆ। ਹੁੰਦਾ ਕਈ ਥਾਵਾਂ ਤੇ ਹੁੰਦਾ। ਕੋਈ ਦੱਸੋ, ਅਨੰਦਪੁਰ ਸਾਹਿਬ ਵਾਲੇ ਪਾਸੇ ਦੱਸੋ ਨਾ, ਕੋਈ ਜਾਂਦਾ ਉਸ ਤੇ ਅਟੈਕ ਹੋ ਜਾਂਦਾ। ਦੱਸੋ ਕਿੱਥੇ ਅਟੈਕ ਹੁੰਦਾ? ਉਹ ਹੁੰਦਾ ਰਿਹਾ, ਹੋਊਗਾ ਕਿਸੇ ਵੇਲੇ। ਅੱਜ ਦੱਸੋ ਨਾ। ਕਰਨ ਕੌਰ ਬਰਾੜ ਤੁਹਾਡੀ ਸਾਬਕਾ ਐਮਐਲਏ, ਉਹ ਕੱਲ ਤਸਵੀਰਾਂ ਦਿਖਾ ਰਹੇ ਸੀਗੇ ਕਿ ਦੇਖੋ ਮੈਂ ਤੁਹਾਨੂੰ ਦੱਸਾਂ, ਕਿਤੇ ਮਿੱਟੀ ਪੁੱਟ ਲਈ ਕਿਸੇ ਨੇ, ਉਹ ਲੋਕੀ ਰੌਲਾ ਪਾ ਦਿੰਦੇ ਆ। ਅਸੀਂ ਉੱਥੇ ਹੁਣ ਆ ਪਟਿਆਲੇ ਦੇ ਵਿੱਚ ਮਿੱਟੀ ਪੁੱਟੀ ਗਈ ਸੀਗੀ, ਨਜਾਇਜ਼ ਪੁੱਟੀ ਗਈ, ਉੱਥੇ ਵੀ ਪਰਚੇ ਦਰਜ ਕੀਤੇ ਆ। ਸਰਕਾਰ ਤੇ ਇਹੋ ਕਰ ਸਕਦੀ ਹੈ ਨਾ। ਦੇਖੋ ਮਾਫੀਆ ਜਿਹੜਾ ਮਾਫੀਆ, ਮੈਂ ਨਹੀਂ ਮੰਨਦਾ ਅੱਜ ਮਾਫੀਆ ਇੱਥੇ ਜਿੰਦਾ ਆ। ਸਿਰਫ ਚੋਰ ਹੈਗੇ ਅਜੇ। ਹੁਣ ਮਾਫੀਆ ਚੋਰਾਂ 'ਚ ਬਦਲ ਗਿਆ ਜਾਂ ਚੋਰ ਨਵੇਂ ਆ ਗਏ ਆ ਜਿਹੜੇ ਰਾਤ ਨੂੰ ਚੋਰੀ ਕਰਦੇ ਆ। ਉਹ ਅਸੀਂ ਫੜ ਕੇ ਬਿਲੇ ਤੇ ਪਰਚਾ ਵੀ ਕਰਦੇ ਆ। ਉਹਨਾਂ ਦੇ ਜਿਹੜੇ ਸੁਖਬੀਰ ਬਾਦਲ ਗਏ, ਵਿਕਰਮ ਮਜੀਠੀਆ ਗਏ, ਜਿਵੇਂ ਉਹਨਾਂ ਨੇ ਦੱਸਿਆ ਕਿ ਐਨਜੀਟੀ ਦੀ ਉਲੰਘਣਾ ਹੋ ਰਹੀ ਹੈ, ਕਿਸ ਤਰੀਕੇ ਨਾਲ ਕਿਸ ਤਰ੍ਹਾਂ ਹੋ ਰਹੀ ਹੈ ਮੈਨੂੰ ਦੱਸੋ ਨਾ। ਤਸਵੀਰਾਂ ਉਹਨਾਂ ਨੇ ਦਿਖਾਈਆਂ। ਨਹੀਂ ਤਸਵੀਰ ਮੈਨੂੰ ਇੱਕ ਗੱਲ ਦੱਸੋ ਤੁਸੀਂ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਆਲਾਂ ਦੋ ਇੱਕ ਟੰਗਾਂਗੇ। ਮੇਰੀ ਇੱਕ ਗੱਲ ਸੁਣੋ, ਪਹਿਲੋਂ ਆਪਣੇ ਤੇ ਟੰਗੇ ਨਹੀਂ ਗਏ, ਜਿਨ੍ਹਾਂ ਦੇ ਨਾਂ ਅਜੇ ਤੱਕ ਵਿੱਚ ਆਉਂਦੇ ਉਹ ਤੇ ਟੰਗ ਲੈਣ। ਸਾਨੂੰ ਉਹਨਾਂ ਕੀ ਟੰਗਣਾ, ਸੁਪਨੇ ਹੀ ਰਹਿ ਜਾਣੇ ਆ। ਟੰਗਣ ਟਿਕਾਉਣ ਵਾਲੀਆਂ ਗੱਲਾਂ ਛੱਡਣ। ਸਿਰਫ ਉਹ ਇਹ ਸੋਚਦੇ ਆ, ਮੈਨੂੰ ਜੋ ਲੱਗਦਾ ਵੀ ਅਸੀਂ 40 ਕਰੋੜ ਦੇਂਦੇ ਸਾਂ ਰੈਵਨਿਊ, ਥੋੜਾ ਬਹੁਤਾ ਪਤਾ ਨਹੀਂ ਸਾਡੇ ਹਿੱਸੇ ਆਉਂਦਾ ਸੀ ਤੇ ਪਤਾ ਨਹੀਂ ਮਾਈਨਿੰਗ ਮਾਫੀਆ ਹੀ ਸਾਰਾ ਖਾ ਗਿਆ। ਉਹ ਹਿਸਾਬ ਕਿਤਾਬ ਜ਼ਰੂਰ ਲਾਉਂਦੇ ਫਿਰਨਗੇ ਹੋਣਗੇ ਕਿ ਹੁਣ ਸਰਕਾਰ ਨੂੰ 300 ਕਰੋੜ ਕਿਤਨਾ ਆਉਣ ਲੱਗ ਗਿਆ। ਉਹਦਾ ਹਿਸਾਬ ਪਿਛਲੇ 10 ਸਾਲਾਂ ਦਾ ਭਾਵੇਂ ਲਾਉਣ ਤੁਰ ਗਏ ਹੁਣ ਖੱਡਾਂ ਤੇ। ਜਿਹੜੀਆਂ ਖੱਡਾਂ ਤੇ ਜਾਂਦੇ, ਬਿਆਸ ਆਏ ਸੀ, ਮੈਨੂੰ ਦੱਸੋ ਹੁਣ ਬਿਆਸ ਕੋਈ ਇਲੀਗਲ ਮਾਈਨਿੰਗ ਚੱਲ ਰਹੀ ਸੀ? ਉੱਥੇ ਐਸਡੀਓ ਨੇ ਆ ਕੇ ਜਵਾਬ ਦਿੱਤਾ, ਪੇਪਰ ਵਿਖਾਏ, ਆ ਵੇਖੋ। ਪਹਿਲੀ ਗੱਲ ਤੇ ਇਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ। ਉੱਥੇ ਤੇ ਸਾਰੇ ਉਹ ਜਿਹੜੇ ਵਿਚਾਰੇ ਕਰਿੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਭਜਾਇਆ। ਟਰੱਕਾਂ ਵਾਲਿਆਂ ਦਾ ਕੀ ਹੁੰਦਾ? ਜਿਹੜੇ ਕਿਰਾਏ ਤੇ ਲੈ ਕੇ ਚੀਜ਼ ਲੈ ਕੇ ਆਉਂਦੇ ਆ, ਜਿਨ੍ਹਾਂ ਨੇ ਪੈਸੇ ਦੇ ਕੇ ਚੀਜ਼ ਲੈਣੀ ਆ, ਉਹ ਵਿਚਾਰੇ ਪਰੇ ਚਲੇ ਗਏ ਵੀ ਪਤਾ ਨਹੀਂ ਇੱਥੇ ਕੀ ਦਿੱਤਾ ਗਿਆ। ਨਿਸ਼ਾਨ ਦਿਖਾ ਰਹੇ, ਕਹਿੰਦੇ ਦੇਖੋ ਕਿਵੇਂ ਭੱਜੇ ਆ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਉੱਥੇ ਲਾਇਆ ਹੋਊਗਾ ਤੇ 100 ਬੰਦਾ ਆ ਕੇ ਹਰਲ ਕਰਦਾ ਅਜੇ, ਤੇ ਜਿਹੜਾ ਸ਼ਰੀਫ ਬੰਦਾ ਆਪਣਾ ਕੰਮ ਕਰਨ ਡਿਆ ਉਹ ਤੇ ਉੱਥੋਂ ਜਾਊਗਾ ਹੀ। ਉਹਨੇ ਕਹਿਣਾ ਕਰਿਆ ਮੈਨੂੰ ਨਹੀਂ ਪੈ ਜਾਣਾ ਇਹਨਾਂ ਆ ਕੇ। ਪਹਿਲੀ ਗੱਲ ਤੇ ਇਹਨਾਂ ਨੇ ਸਰਕਾਰੀ ਕੰਮ 'ਚ ਦਖਲਅੰਦਾਜ਼ੀ ਕੀਤੀ। ਹਾਂ ਇਲੀਗਲ ਹੁੰਦਾ ਤੇ ਜ਼ਰੂਰ ਜੋ ਮਰਜ਼ੀ ਕਰਦੇ। ਐਕਸ਼ਨ ਲੋਗੇ ਅਗਰ ਸਰਕਾਰ? ਅਸੀਂ ਪਰਚਾ ਦਰਜ ਕਰਾਇਆ ਉਹਨਾਂ ਤੇ, ਕੇਸ ਰਜਿਸਟਰਡ ਹੋਇਆ ਉੱਥੇ ਥਾਣੇ ਦੇ ਵਿੱਚ। ਮਾਈਨਿੰਗ ਡਿਪਾਰਟਮੈਂਟ ਨੇ ਔਰ ਕੰਟਰੈਕਟਰ ਨੇ ਰਜਿਸਟਰ ਕਰਾਇਆ। ਔਰ ਉੱਥੇ ਪੁਲ ਤੇ ਰੌਲਾ ਪਾਈ ਜਾਂਦੇ ਜੀ 5 ਕਿਲੋਮੀਟਰ ਤੱਕ ਐਨਜੀਟੀ ਵੱਲੋਂ ਲਾਓ, ਸਿਰਫ 1 ਕਿਲੋਮੀਟਰ ਆ। ਪੁਲ ਦੇ ਉੱਤੋਂ 1 ਕਿਲੋਮੀਟਰ ਤੋਂ ਲਾਗੇ ਅੰਦਰ ਮਾਈਨਿੰਗ ਨਹੀਂ ਹੋ ਸਕਦੀ, ਅੱਗੇ ਹੋ ਰਹੀ ਸੀ। ਉਹ ਪਤਾ ਹੀ ਨਹੀਂ, ਆਪ ਨੂੰ ਨਹੀਂ ਪਤਾ। ਮੈਂ ਉਹਨਾਂ ਨੂੰ ਕੱਲ ਵੀ ਆਖਿਆ, ਅੱਜ ਵੀ ਫੇਰ ਕਹਿਣਾ ਚਾਹੁੰਦਾ ਤੁਹਾਡੇ ਥਰੂ ਵੀ, ਕਿ ਪਹਿਲੋਂ ਸਾਰੀਆਂ ਗਾਈਡਲਾਈਨਸ ਵੇਖ ਲੈਣ, ਆਲੇ ਦੁਆਲੇ ਵਾਲੇ ਸਟੇਟਾਂ ਦੀ ਵੀ ਪਾਲਿਸੀ ਵੇਖ ਲੈਣ। ਹੁਣ ਮਕੇਰੀਆਂ ਗਏ ਆ, ਮਕੇਰੀਆਂ ਤੇ ਉਸ ਖੱਡ ਤੇ ਚਲੇ ਗਏ ਜਿਹੜੀ ਇਹਨਾਂ ਦੇ ਵੇਲੇ ਸੀ, ਔਰ ਉੱਥੇ 30-30 ਫੁੱਟ ਤੇ ਟੋਏ ਪਏ ਆ। ਉਹ ਖੱਡ ਨੂੰ ਵੇਂਦੇ ਰਹੇ। ਉਹ ਜਿਹੜਾ ਬੰਦਾ ਵੀ ਇਹਨਾਂ ਨੂੰ ਲੈ ਕੇ ਗਿਆ ਪਹਿਲੋਂ ਖਰੇ ਕਰਦਾ ਵੀ ਉਹੀ ਰਿਹਾ ਸੀ, ਉਹ ਲੈ ਕੇ ਵੀ ਐ ਸਿੱਧਾ ਟਿਕਾਣੇ ਤੇ ਗਿਆ। ਉੱਥੇ ਕੋਈ ਮਾਈਨਿੰਗ ਥੋੜਾ ਹੋ ਰਹੀ ਸੀ, ਉਹ ਤੇ ਪੁਰਾਣੀਆਂ ਇਹਨਾਂ ਦੇ ਵੇਲੇ ਦੀਆਂ ਖੱਡਾਂ ਪਈਆਂ। ਫਿਰ ਉੱਥੋਂ ਹਿਮਾਚਲ ਦਾ ਕੋਈ ਬੰਦਾ ਸੱਦ ਲਿਆ, ਹਿਮਾਚਲ ਵਾਲੇ ਕੋ ਕ੍ਰੈਸ਼ਰ ਵਾਲੇ ਕੋ ਸਟੇਟਮੈਂਟ ਦਵਾਤੀ ਜੀ ਸਾਡਾ ਉੱਥੋਂ ਮਾਲ ਨਹੀਂ ਆਉਣ ਦਿੰਦੇ। ਹੁਣ ਇਹਨਾਂ ਨੂੰ ਤੇ ਇਹ ਹੀ ਨਹੀਂ ਪਤਾ ਕਿ ਹਿਮਾਚਲ ਤੋਂ ਰॉ ਮਟੀਰੀਅਲ ਆ ਹੀ ਨਹੀਂ ਸਕਦਾ। ਹਿਮਾਚਲ ਦੀ ਗਵਰਨਮੈਂਟ ਨੇ ਰॉ ਮਟੀਰੀਅਲ ਆਊਟ ਆਫ ਸਟੇਟ ਅਲਾਓ ਹੀ ਨਹੀਂ ਕੀਤਾ। ਉਹ ਜਿਹੜਾ ਆਊਗਾ ਚੋਰੀ ਆਊਗਾ, ਤੇ ਚੋਰੀ ਨੂੰ ਅਸੀਂ ਕਿਸ ਤਰ੍ਹਾਂ ਆਉਣ ਦਈਏ ਆਪਣੀ ਸਟੇਟ 'ਚ? ਸਾਡੀ ਸਟੇਟ 'ਚ ਸਾਡੇ ਕੋਲ ਮਟੀਰੀਅਲ ਵਾਧਾ, ਜੇ ਬਾਹਰੋਂ ਆ ਗਿਆ ਚੋਰੀ ਦਾ ਤੇ ਸਾਡਾ ਕੌਣ ਲਊਗਾ? ਇਸ ਕਰਕੇ ਅਸੀਂ ਨਹੀਂ ਲਾਓ ਕਰਦੇ। ਜਿਹੜੀ ਗਲਤ ਆ। ਹਾਂ, ਉਹ ਜਿਹੜੇ GST ਫਾਰਮ ਲੈ ਕੇ ਆਵੇ, ਕ੍ਰੈਸ਼ਰ ਲਿਆਉਣ, ਉਹਨਾਂ ਦਾ ਜਿਹੜਾ ਲਾਊਡ ਆ ਉਹ ਲਾਉਣਾ ਹੀ ਕਿਸੇ ਨੂੰ ਨਹੀਂ ਰੋਕਦੇ। ਔਰ ਤੁਸੀਂ ਵੇਖੋ ਨਾ, ਹੁਣ ਉਹ ਬਾਹਰ ਲਿਆਂਦੀ ਤੇ ਵਕਾਲਤ ਕਰੀ ਜਾਂਦੇ ਆ, ਤੇ ਪਤਾ ਪਾਲਿਸੀ ਦਾ ਉੱਥੋਂ ਦੀ ਦਾ ਹੈ ਨਹੀਂ। ਵਿਰੋਧੀ ਤਾਂ ਸਵਾਲ ਚੱਕ ਹੀ ਰਹੇ ਆ, ਅਕਾਲੀ ਦਲ, ਆਮ ਆਦਮੀ ਪਾਰਟੀ। ਜਦੋਂ ਤੁਹਾਡੇ ਆਪਣੇ ਵਿਧਾਇਕ ਚੱਕ ਰਹੇ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਨਵਜੋਤ ਸਿੰਘ ਸਿੱਧੂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਰਾਜਾ ਵੜਿੰਗ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਨਵਜੋਤ ਸਿੰਘ ਸਿੱਧੂ ਨੇ ਕੀ ਚੁੱਕਿਆ? ਨਵਜੋਤ ਸਿੰਘ ਸਿੱਧੂ ਕਹਿ ਰਹੇ ਕਿ ਜਿਹੜੇ 18 ਏਜੰਡੇ ਨੇ, 18 ਪੁਆਇੰਟ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ, ਉਸ ਦੇ ਵਿੱਚ ਇੱਕ ਰੇਤ ਮਾਫੀਆ, ਉਹ ਰੇਤ ਮਾਫੀਆ ਖਤਮ ਹੋਣਾ ਚਾਹੀਦਾ। ਰਾਜਾ ਵੜਿੰਗ ਕਹਿ ਰਹੇ ਆ, ਕਹਿੰਦੇ ਕਿ ਰੇਤਾ ਫ੍ਰੀ ਕਰ ਦਿਓ। ਨਹੀਂ, ਰੇਤਾ ਮਾਫੀਆ ਤੇ ਅਸੀਂ ਖਤਮ ਕੀਤਾ ਹੀ ਆ ਜੀ। ਕਿੱਥੇ ਰੇਤਾ ਮਾਫੀਆ ਹੈ ਹੁਣ? ਮੈਂ ਤੇ ਤੁਹਾਨੂੰ ਕਹਿਣ ਡਿਆ, ਮੈਂ ਤਾਂ ਆਖਿਆ ਚੋਰੀ ਹੈਗੀ ਆ। ਮਾਫੀਆ ਮੂਫੀਆ ਵਾਲਾ ਕੰਮ ਸਾਡੀ ਸਰਕਾਰ ਨੇ ਖਤਮ ਕੀਤਾ। ਤੁਸੀਂ ਕਹਿ ਰਹੇ ਹੋ ਕੁਝ ਇਲੀਗਲ ਨਹੀਂ ਹੋ ਰਿਹਾ। ਸਾਡੇ ਠੇਕੇਦਾਰ, ਸਾਡੇ ਜਿਹੜੇ ਗਵਰਨਮੈਂਟ ਦੇ ਠੇਕੇਦਾਰ ਨੇ, ਜਿਨ੍ਹਾਂ ਨੂੰ ਅਸੀਂ ਠੇਕੇ ਦਿੱਤੇ ਆ, ਉਹ ਇਲੀਗਲ ਨਹੀਂ ਕਰਦੇ। ਸਿਰਫ ਉਹ ਲੋਕ ਜਿਨ੍ਹਾਂ ਨੂੰ ਚੋਰੀ ਦੀ ਆਦਤ ਆ, ਜਾਂ ਜਿਹੜੇ ਮਾਫੀਏ ਦੇ ਬੰਦੇ ਹੋਣਗੇ, ਉਹ ਰਾਤ ਬਰਾਤੇ ਅੱਜ ਵੀ ਚੋਰੀ ਕਰਦੇ ਆ।
ਉਹਨਾਂ ਤੇ ਅਸੀਂ ਵੀ ਉਹਨਾਂ ਤੇ ਰੇਡ ਕਰਦੇ ਆ। ਇਨਫੋਰਸਮੈਂਟ ਡਾਇਰੈਕਟੋਰੇਟ ਇਸੇ ਕਰਕੇ ਬਣਾਈ ਆ ਕਿਉਂਕਿ ਅੱਗੇ ਸਾਨੂੰ ਮੁਸ਼ਕਲ ਆਉਂਦੀ ਸੀ, ਸਾਨੂੰ ਕੋਈ ਕੰਪਲੇਂਟ ਆਉਂਦੀ ਸੀ ਰਾਤ ਨੂੰ ਕਿ ਇੱਥੇ ਇਲੀਗਲ ਮਾਈਨਿੰਗ ਹੋ ਰਹੀ ਆ, ਤੇ ਸਾਡੇ ਅਫਸਰ ਹੁਣ ਆਪ ਇਕੱਲੇ ਤੇ ਜਾ ਨਹੀਂ ਸਕਦੇ, ਪੁਲਿਸ ਨੂੰ ਇਨਫੋਰਮ ਕਰਨਾ ਸੀ। ਜਿੰਨੇ ਚਿਰ ਨੂੰ ਪੁਲਿਸ ਕੋਲ ਜਾਂਦੇ ਸੀ ਜਾਂ ਗੱਲਬਾਤ ਹੁੰਦੀ ਸੀ ਉਹਨੇ ਚਿਰ ਉਹ ਆਪਣੇ 8-10 ਟਰੱਕ ਭਰ ਕੇ ਨਿਕਲ ਜਾਂਦੇ ਸੀ। ਤੇ ਇਨਫੋਰਸਮੈਂਟ ਡਾਇਰੈਕਟੋਰੇਟ ਇਸੇ ਕਰਕੇ ਬਣਾਇਆ ਗਿਆ, ਉਹਦਾ ADGP ਨੂੰ ਇੰਚਾਰਜ ਲਾਇਆ, ਡੋਕੇ ਜੀ ਨੂੰ ਲਾਇਆ, ਔਰ ਹੁਣ ਸਾਨੂੰ ਰਾਤ ਦੀਆਂ ਸ਼ਿਕਾਇਤਾਂ ਬਹੁਤ ਘਟ ਗਈਆਂ ਔਰ ਉਸੇ ਵੇਲੇ ਇਹਨਾਂ ਨੂੰ ਲੌਕ ਕੀਤਾ ਕਿ ਆਪਣੇ ਤੌਰ ਤੇ ਹੀ ਪਰਚਾ ਕਰ ਸਕਦੇ। ਇਸ ਕਰਕੇ ਹੁਣ ਸਾਡੀ ਸਖਤੀ ਅੱਗੇ ਨੂੰ ਵੀ ਵਧੀ ਆ। ਇਲੀਗਲ ਮਾਈਨਿੰਗ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਜਿਹੜਾ ਸਿਸਟਮ ਹੁੰਦਾ, ਕਹਿੰਦੇ ਪਰਚੀ ਜਾਂਦੀ ਹੈ, ਫਿਰ ਟਰੱਕ ਤੇ ਟਰੱਕ ਨਿਕਲੀ ਜਾਂਦੇ, ਉਸ ਦੇ ਵਿੱਚ MLA ਨੂੰ ਪੈਸੇ ਚਲੇ ਜਾਂਦੇ ਆ। ਪਤਾ ਨਹੀਂ ਇਹ ਹਿਸਾਬ ਕਿਤਾਬ ਤੇ ਸੁਖਬੀਰ ਉਹਨਾਂ ਨੂੰ ਪਤਾ ਹੋਊਗਾ, ਤੇ ਸਾਨੂੰ ਤੇ ਇਹੋ ਜਿਹੀਆਂ ਗੱਲਾਂ ਦਾ ਪਤਾ ਨਹੀਂ। ਸਾਨੂੰ ਤੇ ਇਹ ਪਤਾ ਕਿ ਸਰਕਾਰ ਨੂੰ ਇੰਨਾ ਰੈਵਨਿਊ ਆਉਂਦਾ ਔਰ ਮੈਂ ਅਜੇ ਵੀ ਸੈਟੀਸਫਾਈਡ ਨਹੀਂ ਗਾ। ਐਰਕਾਂ ਸਾਡਾ ਟਾਰਗੇਟ 320 ਦਾ, ਵਾਹਿਗੁਰੂ ਨੂੰ ਸੁੱਖ ਰੱਖੀ। ਤੇ ਜੋ ਮੈਂ ਵੇਖਿਆ ਆ ਮਾਈਨਿੰਗ ਦੇ ਵਿੱਚ, ਅਸੀਂ ਜੇ ਰੇਟ ਤੇ ਵੀ ਕੰਟਰੋਲ ਕਰਨਾ ਤੇ ਮਾਈਨਿੰਗ ਤੋਂ 400-500 ਕਰੋੜ ਰੁਪਏ ਤੋਂ ਵੱਧ ਨਹੀਂ ਆ ਸਕੂਗਾ, ਇੰਨਾ ਜ਼ਰੂਰ ਆ ਜਾਊਗਾ। ਜਿਹੜਾ ਰਾਜਾ ਵੜਿੰਗ ਕਹਿੰਦੇ ਰੇਤਾ ਫ੍ਰੀ ਹੋ ਜਾਣੀ ਚਾਹੀਦੀ ਜਿੰਨੀ ਚੱਕਰ। ਦੇਖੋ ਰੇਤਾ ਫ੍ਰੀ ਦੀ ਜਿਹੜੀ ਗੱਲ ਹੈ ਨਾ, ਉਹ ਕੈਪਟਨ ਸਾਹਿਬ ਨੇ ਵੀ ਸੋਚਿਆ ਸੀ ਜਦੋਂ ਸਾਡੀ ਪਹਿਲੇ ਸਾਲ ਨਿਕਲਿਆ। ਕੈਪਟਨ ਸਾਹਿਬ ਨੂੰ ਵੀ ਜਦੋਂ ਲੱਗਾ ਵੀ ਇਹ ਮਾਈਨਿੰਗ ਦਾ ਬੜਾ ਗੰਦਾ ਜਿਹਾ ਕੰਮ ਹੈ, ਇਹਦੇ ਚੋਂ ਕੋਈ ਰੈਵਨਿਊ, ਕਿਉਂਕਿ ਸਾਨੂੰ ਵੀ ਨਹੀਂ ਪਹਿਲੋਂ ਆ ਸਕੇ ਨਾ ਪੈਸੇ, ਮੈਂ ਤੁਹਾਨੂੰ ਕਹਿ ਰਿਹਾ। ਔਰ ਉਸ ਵੇਲੇ ਉਹਨਾਂ ਨੇ ਸੋਚਿਆ ਸੀ, ਸਾਡੀ ਮੀਟਿੰਗ ਵੀ ਹੋਈ ਸੀ, ਉਹਦੇ 'ਚ ਮਤਲਬ ਸਾਰਾ ਡਿਸਕਸ ਵੀ ਹੋਇਆ ਸੀ, ਪਰ ਉਹਦੇ 'ਚ ਸਾਰੇ ਅਫਸਰ ਸਾਹਿਬਾਨਾਂ ਨੇ ਵੀ ਸਾਰਿਆਂ ਨੇ ਦੱਸਿਆ ਕਿ ਫ੍ਰੀ ਕਰਨੀ ਸੌਖਾ ਕੰਮ ਨਹੀਂ ਗਿਆ। SGT ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਦੇ ਕਰਕੇ ਆਪਾਂ ਫ੍ਰੀ ਕਰਨੀ ਸਾਨੂੰ ਬੜੀ ਮੁਸ਼ਕਿਲ ਆ। ਅੱਗੇ ਆਂਧਰਾ ਪ੍ਰਦੇਸ਼ ਨੇ ਇੱਕ ਨੇ ਕੀਤੀ ਸੀਗੀ ਇਹ ਮਾਈਨ, ਤੋਂ ਉਹਨਾਂ ਨੂੰ 100 ਕਰੋੜ ਰੁਪਈਆ NGT ਨੇ ਜੁਰਮਾਨਾ ਕੀਤਾ ਸੀ, ਕਿਉਂਕਿ ਜੇ ਅੱਜ ਤੁਸੀਂ ਫ੍ਰੀ ਕਰ ਦਿੰਦੇ ਹੋ ਉਹਨਾਂ ਨੂੰ ਚੈੱਕ ਕੌਣ ਕਰੂਗਾ। ਅੱਜ ਦਰਿਆਵਾਂ ਤੇ ਸਾਡੇ ਹੜ੍ਹ ਆਉਂਦੇ ਆ ਜਾਂ ਪਾਣੀ ਜ਼ਿਆਦਾ ਆ ਗਿਆ, ਜੇ ਬਾਨਾਂ ਤੋਂ ਲਾਗੋਂ ਹੀ ਲੋਕ ਰੇਤਾ ਪੁੱਟ ਕੇ ਲੈ ਗਏ, ਜਦੋਂ ਫ੍ਰੀ ਕਰਤੀ ਉਹਨਾਂ ਨੂੰ ਚੈੱਕ ਤੇ ਕਿਸੇ ਨੇ ਕਰਨਾ ਨਹੀਂ, ਉਹ ਤੇ ਬਹੁਤ ਵੱਡਾ ਨੁਕਸਾਨ ਹੋਊਗਾ। ਔਰ ਦੂਜਾ, ਜੇ ਅਸੀਂ এনवायरमेंट ਕਲੀਅਰੈਂਸ ਨਹੀਂ ਲੈਂਦੇ ਤੇ ਅਸੀਂ 2-2.5 ਫੁੱਟ ਤੋਂ ਥੱਲੇ 3 ਫੁੱਟ ਤੋਂ ਜਾ ਹੀ ਨਹੀਂ ਸਕਦੇ, ਮੈਨੂਅਲ ਕਰਨੀ ਪਊਗੀ। ਕਿਹੜਾ ਕਰ ਲੂਗਾ? ਅੱਜ ਜਿੰਨੀ ਡਿਮਾਂਡ ਆ ਪੰਜਾਬ ਦੇ ਵਿੱਚ, ਕਈਆਂ ਦੇ ਨਾਲ ਪੁੱਟ ਕੇ ਕੋਈ ਰੇਤਾ ਸਪਲਾਈ ਕਰ ਸਕਦਾ। ਇਸ ਕਰਕੇ ਇਹ ਮੁਸ਼ਕਲਾਂ ਸੀ। ਇਹ ਕਹਿ ਦੇਣਾ ਬੜਾ ਸੌਖਾ ਆ, ਅਸੀਂ ਵੀ ਚਾਹੁੰਦੇ ਹਾਂ। ਜਦੋਂ ਕੈਪਟਨ ਸਾਹਿਬ ਨੇ ਸੋਚਿਆ ਸੀ ਕਿ 40 ਕਰੋੜ ਆਉਂਦਾ, ਉਦੋਂ ਉਹਨਾਂ ਨੇ ਵੀ ਸੋਚਿਆ ਵੀ 40 ਕਰੋੜ ਨੂੰ ਛੱਡੀਏ, ਆਪਾਂ ਇਹਦੇ ਨੂੰ ਫ੍ਰੀ ਕਰ ਦਈਏ। ਫ੍ਰੀ ਕਰਨ ਦਾ ਜਦੋਂ ਸਾਰਾ ਕੁਝ ਸਾਹਮਣੇ ਆਇਆ ਤੇ ਨਹੀਂ ਕਰ ਸਕੇ, ਫਿਰ ਅਸੀਂ ਇਹ ਵੇਖਿਆ ਵੀ ਇਹਦੇ ਸੁਧਾਰ ਕਿਸ ਤਰ੍ਹਾਂ ਕਰੀਏ, ਉਹ ਸੁਧਾਰ ਅਸੀਂ ਕੀਤਾ। ਬਠਿੰਡਾ ਦਾ ਜਿਹੜਾ ਰਾਜਾ ਵੜਿੰਗ ਨੇ ਸਵਾਲ ਚੁੱਕਿਆ ਸਰੂਪ ਸਿੰਘਲਾ ਵਾਲਾ, ਉਹਦੇ ਤੇ ਕੋਈ ਐਕਸ਼ਨ ਹੋ ਰਿਹਾ? ਉਹਦੇ 'ਚੋਂ ਮੰਤਰੀ ਦਾ ਨਾਮ ਲੈ ਰਹੇ ਕਿ ਇੱਕ ਮੰਤਰੀ ਦੀ ਮਿਲੀ ਭੁਗਤ ਹੈ ਉਹਦੇ ਵਿੱਚ। ਉੱਥੋਂ ਦੇ ਜਿਹੜੇ ਦਿਹਾਤੀ ਦੇ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਲਾਡੀ ਹੋਰੀ, ਉਹਨਾਂ ਨੇ ਵੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ। ਦੇਖੋ, ਮੈਨੂੰ ਬਠਿੰਡੇ ਦਾ ਨਹੀਂ ਪਤਾ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਕਿ ਬਠਿੰਡੇ ਸਾਡੀ ਕੋਈ ਵੀ ਮਾਈਨ ਲੀਗਲ ਨਹੀਂ ਹੈਗੀ, ਕਿਉਂਕਿ ਬਠਿੰਡੇ ਕੋਈ ਦਰਿਆ ਨਹੀਂ ਚੱਲਦਾ ਉੱਥੇ। ਅਸੀਂ ਸਾਡੇ ਕੋਲ ਜਿਹੜੀ, ਕਿਉਂਕਿ ਮੈਨੂੰ ਇੰਨਾ ਪਤਾ ਵੀ ਕਿਹੜੇ ਜ਼ਿਲ੍ਹੇ 'ਚ, ਮੁਕਤਸਰ ਨਹੀਂ ਹੈਗੀ ਕੋਈ, ਬਠਿੰਡੇ ਨਹੀਂ ਹੈਗੀ। ਸਾਡੀਆਂ ਜਿਹੜੀਆਂ ਮਾਈਨਸ ਨੇ ਜ਼ਿਆਦਾ ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਰੋਪੜ, ਮੋਹਾਲੀ, ਨਵਾਂ ਸ਼ਹਿਰ, ਇਸ ਸਾਈਡ ਤੇ ਆ। ਅੱਛਾ, ਮਾਈਨਿੰਗ ਹੁੰਦੀ ਕਿਵੇਂ ਹੈ? ਤੁਹਾਨੂੰ ਕਿੰਨੇ ਪੈਸੇ ਇੱਕ ਕੰਟਰੈਕਟਰ ਦਿੰਦਾ ਔਰ ਉਹ ਕਿੰਨੀ ਰੇਤਾ ਕੱਢ ਸਕਦਾ? ਦੇਖੋ, ਜਿਹੜਾ ਮਾਈਨਿੰਗ ਦਾ ਸਿਸਟਮ ਹੈ ਨਾ ਜੀ, ਉਹਦੇ 'ਚ ਅਸੀਂ ਜਦੋਂ ਇਹ ਪਾਲਿਸੀ ਬਣਾਈ ਆ, ਅਸੀਂ ਇਹਨੂੰ ਵੇਖਿਆ ਸੀ ਕਿ ਸਾਡੇ ਪੰਜਾਬ ਦੇ ਵਿੱਚ ਡਿਮਾਂਡ ਕਿੰਨੀ ਆ। ਅਸੀਂ ਉਸ ਵੇਲੇ ਸੀਮੈਂਟ ਦਾ ਵੀ ਸਾਰਾ ਪਿਛਲੇ ਬਿੱਲ ਚੈੱਕ ਕੀਤਾ ਵੀ ਕਿੰਨਾ ਪੰਜਾਬ 'ਚ ਸੀਮੈਂਟ ਪਿਛਲੇ ਟਾਈਮ ਤੇ ਲੱਗਾ, ਵੱਖ-ਵੱਖ ਕੰਪਨੀਆਂ ਕੋ ਵੇਖ ਕੇ ਇਸ ਐਨਾਲਿਸਿਸ ਤੇ ਅਸੀਂ ਪਹੁੰਚੇ ਸਾਂ ਕਿ 4 ਕਰੋੜ ਟਨ ਜਿਹੜੀ ਖਪਤ ਆ ਉਹ ਪੰਜਾਬ 'ਚ ਹੁੰਦੀ ਹੈ। ਅਪਰੋਕਸੀਮੇਟਲੀ ਤੁਸੀਂ ਇਹ ਕਹਿ ਲਓ ਕਿ 7 ਤੋਂ 8,000 ਟਰੱਕ ਤੇ ਟਰਾਲੀਆਂ ਰੋਜ਼ ਦੀਆਂ ਪੰਜਾਬ 'ਚ ਲੱਗਦੀਆਂ, ਜਿਹੜੀ ਅਸੀਂ ਐਵਰੇਜ ਕੱਢੀ ਆ। ਉਹਦੇ ਹਿਸਾਬ ਨਾਲ ਅਸੀਂ ਚਾਹੁੰਦੇ ਸਾਂ ਕਿ ਰੇਤਾ ਤੇ ਵੀ ਕੰਟਰੋਲ ਰਵੇ, ਔਰ ਅਸੀਂ ਜਿਹੜਾ ਆਕਸ਼ਨ ਕੀਤੀ ਆ ਜਦੋਂ, ਉਹ ਸਾਰਾ ਕੁਝ ਆਪਣਾ ਮਾਰਜਨ ਕੋਈ 3.25 ਰੁਪਏ ਫੁੱਟ ਦਾ ਰੱਖ ਕੇ ਕੀਤੀ ਆ। ਔਰ ਜੇ ਅਸੀਂ ਆਪਣਾ ਮਾਰਜਨ ਵਧਾਈਏ, ਹੁਣ ਤੁਸੀਂ ਮੈਨੂੰ ਨਵਜੋਤ ਸਿੱਧੂ ਜੀ ਨੇ ਕਿਹਾ 3000 ਕਰੋੜ ਰੁਪਈਆ ਆ ਸਕਦਾ, ਮੈਂ ਵੀ ਕਹਿੰਦਾ ਆ ਸਕਦਾ। ਅੱਜ ਜੇ ਅਸੀਂ ਉਹ ਜਿਹੜਾ 4.25 ਰੁਪਏ ਆਪਣਾ ਜਿਹੜਾ ਫੁੱਟ ਦਾ ਮਾਰਜਨ ਰੱਖਿਆ, ਅਸੀਂ ਉਹਨੂੰ 30 ਰੁਪਏ ਕਰ ਦਈਏ ਤੇ 60,000 ਦਾ ਟਰੱਕ ਵਿਕਿਆ ਕਰੂਗਾ ਪੰਜਾਬ ਦੇ ਵਿੱਚ, ਤੇ ਸਰਕਾਰ ਨੂੰ 2,500-3,000 ਕਰੋੜ ਰੈਵਨਿਊ ਵੀ ਆ ਜਾਊਗਾ। ਪਰ ਉਹਦੇ ਨਾਲ ਇਹ ਹੋਊਗਾ ਕਿ ਲੋਕਾਂ ਤੱਕ ਚੁੰਬਰ ਨਿਕਲ ਜਾਊਗਾ, ਔਰ ਕੰਸਟਰਕਸ਼ਨ ਆਫ ਕਾਸਟ ਜਿਹੜੀ ਆ, ਭਾਵੇਂ ਉਹ ਬਿਲਡਿੰਗ ਦੀ ਆ, ਭਾਵੇਂ ਉਹ ਰੋਡਸ ਦੀ ਆ, ਉਹ ਵੱਧ ਜੂਗੀ। ਤੁਸੀਂ ਕਹਿ ਰਹੇ ਸਿੱਧੂ ਦਾ ਜਿਹੜਾ ਸੁਝਾਅ ਹੈ ਉਹ ਗਲਤ ਹੈ, ਜਿਹੜਾ 3000 ਕਰੋੜ ਦਾ ਉਹ ਕਹਿ ਰਹੇ ਆ, ਸਿੱਧੂ ਜਿਹੜਾ ਉਹ ਸਾਹਿਬ ਦੂਸਰੇ ਮੇਰੀ ਇੱਕ ਗੱਲ ਸੁਣੋ। ਸਿੱਧੂ ਸਾਹਿਬ ਨੇ ਉਸ ਵੇਲੇ, ਮੈਂ ਨਹੀਂ ਸੀ ਮਿਨਿਸਟਰ,
ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ, ਉਹਦੇ 'ਚ ਸਿੱਧੂ ਸਾਹਿਬ ਚੇਅਰਮੈਨ ਸੀ ਕਿ ਇਹਦੇ ਤੇ ਰੈਵਨਿਊ ਕਿੰਨਾ ਆ ਸਕਦਾ, ਜਾਂ ਉਹਦੇ 'ਚ ਉਹਨਾਂ ਸਟੱਡੀ ਆਪਣੇ ਹਿਸਾਬ ਨਾਲ ਕੀਤੀ ਆ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿਆਂ, ਪ੍ਰੈਕਟੀਕਲੀ ਔਰ ਥਿਓਰੈਟੀਕਲੀ ਥਿਊਰੀ ਸਾਡੀ ਵੀ ਬੜੀ ਸੀ। ਜਦੋਂ ਮੈਂ ਇਹ ਲੈ ਕੇ ਆਇਆ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਇਹਦੇ 'ਚ 1000 ਕਰੋੜ ਆ ਜਾਊਗਾ, ਪਤਾ ਜਦੋਂ ਮੈਂ ਰਿਐਲਿਟੀ ਤੇ ਪਹੁੰਚਾ, ਜਦੋਂ ਮੈਂ ਅਸਲੀਤ ਵੇਖੀ, ਸਾਰਾ ਕੁਝ ਚੈੱਕ ਕੀਤਾ, ਉਦੋਂ ਮੈਨੂੰ ਇਹੋ ਲੱਗਾ ਕਿ ਜੇ ਰੇਟ ਤੇ ਕੰਟਰੋਲ ਕਰਨਾ, ਕਿ ਰੇਤ ਵੀ ਮਹਿੰਗੀ ਨਾ ਹੋਵੇ, ਬਜਰੀ ਵੀ ਮਹਿੰਗੀ ਨਾ ਹੋਵੇ, ਲਿਮਿਟ 'ਚ ਰਵੇ, ਤੇ ਫਿਰ ਇੰਨਾ ਇਹਦੋਂ ਵੱਧ ਰੈਵਨਿਊ ਨਹੀਂ ਆ ਸਕਦਾ। ਅੱਜ ਰੈਵਨਿਊ ਮੈਂ ਤੁਹਾਨੂੰ ਫਿਰ ਕਹਿ ਰਿਹਾ 3000 ਕਰੋੜ ਆ ਸਕਦਾ ਜੇ ਅਸੀਂ ਆਪਣਾ ਵੀ ਮਾਰਜਨ ਵਧਾ ਦਈਏ। 60000 ਦਾ ਟਰੱਕ ਵਿਕੂਗਾ ਜਿਹੜਾ ਅੱਜ 25000 ਦਾ ਵਿਕ ਰਿਹਾ, ਤੇ ਸਾਨੂੰ 3000 ਕਰੋੜ ਵੀ ਆ ਜਾਊਗਾ। ਪਰ ਉਹਦੇ ਨਾਲ ਤੁਸੀਂ ਲਾ ਲਓ ਹਿਸਾਬ ਵੀ ਕਿੱਧਰ ਜਾਓਗੇ ਲੋਕਾਂ। ਸਿੱਧੂ ਵਾਲੀ ਪਾਲਿਸੀ ਗਲਤ ਹੋਈ ਨਾ, ਤੁਸੀਂ ਨਹੀਂ ਸਿੱਧੂ ਹੋਰੇ ਪਤਾ ਨਹੀਂ ਉਹਨਾਂ ਨੇ ਕੀ ਸੋਚਿਆ, ਬੋਝ ਪਏਗਾ ਹੀ ਫਿਰ ਤੁਸੀਂ। ਮੈਂ ਤਾਂ ਕਹਿਣ ਡਿਆ ਬੋਝ ਪਏਗਾ, ਮੈਂ ਤੇ ਅੱਜ ਵੀ ਕਹਿਣਾ ਵੀ ਰੇਟ ਨੂੰ ਕੰਟਰੋਲ ਰੱਖ ਕੇ ਜੇ ਅਸੀਂ 500 ਕਰੋੜ ਤੋਂ ਵੀ ਵੱਧ ਜਾਈਏ ਤੇ ਮੈਂ ਸਮਝਦਾ ਵੀ ਪਤਾ ਨਹੀਂ ਰੱਬ ਨੇ ਸਾਡੇ ਤੇ ਕਿਰਪਾ ਕਰਤੀ ਹੈ। ਦੂਜਾ ਇਹ ਦੱਸੋ, ਸੀਐਮ ਸਾਹਿਬ ਨਾਲ ਨਾਰਾਜ਼ਗੀ ਦੂਰ ਹੋ ਗਈ? ਮੇਰੀ ਤੇ ਸੀਐਮ ਸਾਹਿਬ ਨਾਲ ਨਾਰਾਜ਼ਗੀ ਕੋਈ ਆਈ ਨਹੀਂ। ਸ਼ਿਕਾਇਤ ਕਹਿੰਦੇ ਦਿੱਲੀ ਕਰਕੇ ਆਏ ਸੀ, ਹਾਈ ਕਮਾਨ ਨਾਲ 5-6 ਮੰਤਰੀ ਬਹਿ ਗਏ, ਉਹਨਾਂ ਨੇ ਆਪਣਾ ਗਰੁੱਪ ਬਣਾ ਲਿਆ, ਮਾਝੇ ਦੀ ਸਿਆਸਤ ਬਦਲ ਗਈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਨੇੜੇ ਸੀਗੇ ਉਹ ਦੂਰ ਹੋ ਗਏ, ਜਿਨ੍ਹਾਂ ਨੂੰ 4 ਸਾਲ ਕੈਪਟਨ ਨੇ ਪੁੱਛਿਆ ਨਹੀਂ, ਚਾਹੇ ਜਸਵੀਰ ਡਿੰਪਾ ਹੋਵੇ, ਚਾਹੇ ਲਾਲੀ ਮਜੀਠੀਆ ਹੋਵੇ, ਚਾਹੇ ਗੁਰਜੀਤ ਔਜਲਾ ਹੋਵੇ, ਚਾਹੇ ਫਤਿਹ ਬਾਜਵਾ ਹੋਵੇ, ਉਹ ਅੱਜ ਕੈਪਟਨ ਦੀ ਕਿਚਨ ਕੈਬਨਿਟ। ਮੇਰੀ ਇੱਕ ਗੱਲ ਸੁਣੋ, ਮੈਂ ਜ਼ਿਆਦਾ ਮੀਡੀਆ ਦੇ ਸਾਹਮਣੇ ਨਹੀਂ ਜਾਂਦਾ, ਨਾ ਮੈਂ ਕੋਈ ਐਵੇਂ ਬਗੈਰ ਵਜ੍ਹਾ ਤੋਂ ਕੋਈ ਸਟੇਟਮੈਂਟ ਦਿੰਦਾ। ਮੈਂ ਤੇ ਤੁਹਾਨੂੰ ਵੀ ਕਈ ਵਾਰੀ ਕਹਿ ਚੁੱਕਾ, ਔਰ ਜਿਹੜੇ ਵੀ ਮੀਡੀਆ ਵਾਲੇ ਮੇਰੇ ਵੀਰ ਮੈਨੂੰ ਪੁੱਛਦੇ ਆ, ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਕਿ ਜਿਹੜੇ ਮੇਰੇ ਡਿਪਾਰਟਮੈਂਟ ਆ, ਮੈਨੂੰ ਉਸ ਇਸ਼ੂ ਤੇ ਜੋ ਕੁਝ ਮਰਜ਼ੀ ਪੁੱਛੋ, ਮੈਂ ਉਹ ਜਵਾਬ ਦਊਂਗਾ। ਪੋਲੀਟੀਕਲੀ ਮੇਰੇ ਨਾਲ ਗੱਲ ਨਾ ਕਰਿਓ, ਉਹ ਵੱਡੇ ਲੀਡਰਾਂ ਦਾ ਕੰਮ ਆ। ਜਿੱਥੋਂ ਤੱਕ ਮੁੱਖ ਮੰਤਰੀ ਸਾਹਿਬ ਦਾ ਸਵਾਲ ਹੈ, ਇਹ ਵੀ ਦੇਣ ਮੇਰਾ ਖਿਆਲ ਹੈ ਤੁਹਾਡੀ ਮੀਡੀਆ ਦੀ ਹੈ। ਮੁੱਖ ਮੰਤਰੀ ਸਾਹਿਬ ਦਾ ਮੇਰਾ ਸਬੰਧ 1998 'ਚ ਬਣਿਆ। ਉਸ ਵੇਲੇ ਉਹ ਸਾਡੇ ਸੂਬੇ ਦੇ ਪ੍ਰਧਾਨ ਬਣੇ ਤੇ ਮੈਨੂੰ ਉਹਨਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੀ। ਉਸ ਤੋਂ ਬਾਅਦ ਉਹਨਾਂ ਤੋਂ ਕਈ ਚੰਗੇ ਮਾੜੇ ਟਾਈਮ ਆਏ, ਪਰ ਸੁੱਖ ਸਰਕਾਰੀਆ ਉਹਨਾਂ ਦੇ ਨਾਲ ਰਿਹਾ, ਡਟ ਕੇ ਰਿਹਾ। ਅੱਜ ਵੀ ਨਾਲ ਹੈ। ਇਹ ਬੜਾ ਲੋਕਾਂ ਨੂੰ ਭੁਲੇਖਾ। ਹਾਂ, ਕੋਈ ਇਸ਼ੂ ਹੋਰ ਕਿਸੇ ਗੱਲ ਤੋਂ ਤੁਹਾਡੇ ਵਿਚਾਰ ਨਾਲ ਰਲਣੇ, ਉਹ ਇੱਕ ਵੱਖਰੀ ਗੱਲ ਆ। ਮੁੱਖ ਮੰਤਰੀ ਸਾਹਿਬ ਦੇ ਨਾਲ ਮੇਰੀ ਨਾਰਾਜ਼ਗੀ ਕਦੀ ਹੋਈ ਸੀ ਨਾ ਹੈ, ਤੇ ਨਾ ਮੇਰਾ ਖਿਆਲ ਹੈ ਜਿੰਨਾ ਚਿਰ ਪ੍ਰਮਾਤਮਾ ਨੇ ਉਮਰ ਦਿੱਤੀ ਹੋਊਗੀ। ਫਿਰ ਇਹ ਰੌਲਾ ਕਿੱਥੋਂ ਪਿਆ? ਫਿਰ ਮੀਟਿੰਗਾਂ ਵੱਖੋ ਵੱਖ ਕਿਵੇਂ ਹੋਣ ਲੱਗ ਪਏ? ਕਿਵੇਂ ਦੇਖੋ ਰੌਲਾ ਹਾਈ ਕਮਾਨ ਤੇ ਤੁਸੀਂ ਵੀ ਦੇਖੋ ਮੈਂ ਸ਼ਿਕਾਇਤ ਸੀਐਮ ਸਾਹਿਬ ਦੀ ਨਹੀਂ ਕੀਤੀ, ਮੈਂ ਸ਼ਿਕਾਇਤ ਉਹ ਅਫਸਰਾਂ ਦੀ ਕੀਤੀ ਆ ਜਿਹਦੇ ਲੋਕਾਂ ਨਾਲ ਮਿਸਬਿਹੇਵ ਕਰਦੇ ਆ, ਜਿਹੜੇ ਸਾਡੇ ਐਮਐਲਏਆਂ ਦੀ ਬੇਇੱਜ਼ਤੀ ਕਰਦੇ ਆ ਔਰ ਮੰਤਰੀਆਂ ਦੀ ਵੀ ਬੇਇੱਜ਼ਤੀ ਕਰਦੇ, ਉਹਦੀ ਗੱਲ ਜ਼ਰੂਰ ਕੀਤੀ। ਉਹ ਅੱਜ ਵੀ ਕਰਾਂਗਾ, ਉਹ ਮੈਂ ਮੁੱਖ ਮੰਤਰੀ ਸਾਹਿਬ ਨਾਲ ਵੀ ਕਰਾਂਗਾ, ਉਹਨਾਂ ਨਾਲ ਵੀ ਕਰਦਾ। ਤੁਸੀਂ ਇੱਥੋਂ ਤੱਕ ਕਹਿਤਾ ਸੋਰਸਿਸ ਜਾਣਕਾਰੀ ਦਿੰਦੇ ਕਿ ਇੱਕ ਅਫਸਰ ਹੈ, ਅਗਰ ਉਹ ਮੀਟਿੰਗ 'ਚ ਰਹੇਗਾ ਤਾਂ ਫਿਰ ਅਸੀਂ ਮੀਟਿੰਗ 'ਚ ਨਹੀਂ ਆਉਣਾ। ਚਲੋ ਇਹ ਗੱਲਾਂ ਸਾਡੀਆਂ ਕਈ ਹੋ ਸਕਦੀਆਂ ਆ, ਉਹ ਕਹਿਤਾ ਜਾਂ ਨਾ ਕਹਿਤਾ ਵੱਖਰੀ ਗੱਲ ਹੈ, ਪਰ ਮੇਰੀ ਨਾਰਾਜ਼ਗੀ ਜ਼ਰੂਰ ਕਿਸੇ ਨਾਲ ਹੈਗੀ ਸੀ, ਜਿਹੜੀ ਮੈਂ ਹਾਈ ਕਮਾਂਡਰ ਨੂੰ ਵੀ ਦੱਸੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਦੱਸੀ। 2022 'ਚ ਤੁਹਾਨੂੰ ਲੱਗ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਮਾਨ ਸੰਭਾਲਦੇ ਤੇ ਚੋਣਾਂ ਜਿੱਤੀ ਜਾ ਸਕਦੀ? ਕਿਉਂਕਿ ਜਦੋਂ 50 ਵਿਧਾਇਕ ਖਿਲਾਫ ਹੋ ਗਏ, ਸਿੱਧੂ ਦਾ ਨਾਮ ਚੱਲ ਰਿਹਾ ਕਿ ਸਿੱਧੂ ਨੂੰ ਹੁਣ ਦੇਖੋ ਚਿਹਰਾ ਬਦਲ ਦਿਓ। ਇਹ ਤੁਹਾਨੂੰ ਬਹੁਤ ਵੱਡਾ ਭੁਲੇਖਾ ਆ। ਕਿਸੇ ਨੇ ਬਹੁਤਾ ਕੈਪਟਨ ਸਾਹਿਬ ਦੇ ਖਿਲਾਫ ਨਹੀਂ ਉੱਥੇ ਜਾ ਕੇ ਕੋਈ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਅਫਸਰਸ਼ਾਹੀ, ਬੇਅਦਬੀ, ਡਰੱਗਸ, ਇਹ ਮੁੱਦੇ ਅਗਰ ਹੱਲ ਹੁੰਦੇ, ਪਾਵਰ ਐਗਰੀਮੈਂਟ ਹੱਲ ਹੁੰਦਾ, ਤਾਂ ਹੀ ਕਾਂਗਰਸ ਜਿੱਤ ਸਕਦੀ। ਇਸੇ ਕਰਕੇ 18 ਨੁਕਤੇ ਦੇਖੋ ਮੈਂ ਕਿਸੇ ਦੇ ਨਾਲ ਤੇ ਅੰਦਰ ਜਾ ਕੇ ਵੇਖਿਆ ਨਹੀਂ ਜਦੋਂ ਕਮੇਟੀ ਦੇ ਸਾਹਮਣੇ ਪੇਸ਼ ਹੋਏ, ਪਰ ਜੋ ਮੇਰੇ ਨਾਲ ਗੱਲਾਂ ਹੋਈਆਂ ਜਾਂ ਜਿਹੜੇ ਐਮਐਲਏ ਨੇ ਮੇਰੇ ਨਾਲ ਕੋਈ ਸਲਾਹ ਕੀਤੀ ਆ, ਮੈਂ ਉਹਨਾਂ ਨੂੰ ਇਹੋ ਕਿਹਾ, ਔਰ ਉਹ ਵੀ ਚਾਹੁੰਦੇ ਸੀ ਕਿ ਜਿਹੜੇ ਅਫਸਰ ਸਾਡੀ ਬੇਇੱਜ਼ਤੀ ਕਰਦੇ ਆ ਜਾਂ ਜਿਹੜੀ ਸਾਡੀ ਗੱਲ ਨਹੀਂ ਸਾਨੂੰ ਦੁਰਕਨਾਰ ਕਰਦੇ ਆ, ਸਾਡੇ ਕੰਮਾਂ 'ਚ ਵਿਘਨ ਪਾਉਂਦੇ ਆ, ਉਹਨਾਂ ਦੀ ਗੱਲ ਜ਼ਰੂਰ ਅਸੀਂ ਉੱਥੇ ਕਰਾਂਗੇ। ਔਰ ਮੈਂ ਵੀ ਆਖਿਆ, ਮੈਂ ਆਪ ਉਹਨਾਂ ਨੂੰ ਕਿਹਾ ਇਹ ਕਰੋ। ਪਰ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਤਾਂ ਮੈਂ ਨਹੀਂ ਸਮਝਦਾ ਕਿ ਜ਼ਿਆਦਾ ਲੋਕਾਂ ਨੇ ਉੱਥੇ ਕੋਈ ਗੱਲ ਕੀਤੀ ਹੋਊਗੀ। ਹੋ ਸਕਦਾ ਕੋਈ ਪਰਸਨਲ ਕਿਸੇ ਦੀ ਰੰਜਿਸ਼ ਹੋਊ, ਉਹਨੇ ਆਪਣੀ ਕਮੇਟੀ ਦੇ ਸਾਹਮਣੇ ਦੱਸੀ, ਪਰ ਜੋ ਮੈਨੂੰ ਵੇਖਣ ਤੋਂ ਮਿਲਦਾ ਸੀ ਇਹੋ ਜਿਹੀ ਕੋਈ ਗੱਲ ਨਹੀਂ ਸੀ। ਕਾਂਗਰਸ ਦਾ 2022 ਦਾ ਕਪਤਾਨ ਅਮਰਿੰਦਰ ਸਿੰਘ ਜਾਂ ਕੋਈ ਹੋਰ ਪੰਜਾਬ? ਇਹ ਤੇ ਹਾਈ ਕਮਾਂਡ ਨੇ ਫੈਸਲਾ ਕਰਨਾ ਹੁੰਦਾ ਜੀ। ਤੁਹਾਡਾ ਕਪਤਾਨ? ਮੈਂ ਤੇ ਦੱਸਣ ਡਿਆ, ਮੈਂ ਕੈਪਟਨ ਸਾਹਿਬ ਦੇ ਨਾਲ ਸਾਂ ਸ਼ੁਰੂ ਤੋਂ ਹੀ, ਹੁਣ ਵੀ ਹੈਗਾ। ਸਿੱਧੂ ਬਾਰੇ ਕੀ ਸੋਚਦੇ ਹੋ? ਲੱਗਦਾ ਕਿ ਸਿੱਧੂ ਅਗਰ ਉਹਨੂੰ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤਾਂ ਸਿੱਧੂ ਦੇ ਚਿਹਰੇ ਤੇ ਦੇਖੋ ਸਿੱਧੂ ਸਾਹਿਬ ਕਾਂਗਰਸ ਪਾਰਟੀ 'ਚ ਆਏ ਆ, ਬੀਜੇਪੀ 'ਚ ਰਹੇ ਆ, ਉਹ ਹਾਈ ਕਮਾਂਡ ਦੀ ਮਰਜ਼ੀ ਦੇ ਨਾਲ ਆਏ ਆ। ਉਹਨਾਂ ਨੇ ਪਿਛਲੀ ਇਲੈਕਸ਼ਨ 'ਚ ਵੀ ਕੰਮ ਕੀਤਾ ਆ। ਅਸੀਂ ਚਾਹਾਂਗੇ, ਲੋਕ ਉਹਨਾਂ ਨੂੰ ਪਸੰਦ ਕਰਦੇ ਆ, ਹੁਣ ਵੀ ਉਹ ਪਾਰਟੀ ਦੇ ਨਾਲ ਹੀ ਨੇ, ਔਰ ਜੋ ਵੀ ਜ਼ਿੰਮੇਵਾਰੀ ਉਹਨਾਂ ਨੂੰ ਹਾਈ ਕਮਾਂਡ ਦੇਊਗੀ ਉਹਦਾ ਫਾਇਦਾ ਸਾਨੂੰ ਕਾਂਗਰਸ ਪਾਰਟੀ ਨੂੰ ਮਿਲੂਗਾ। ਇਹ ਰੇੜਕਾ ਖਤਮ ਕਿਵੇਂ ਹੋਏਗਾ? ਕਿਉਂਕਿ ਇਸ ਵੇਲੇ ਕਾਂਗਰਸ ਵਰਸਸ ਕਾਂਗਰਸ ਬਣਿਆ ਹੋਇਆ,
ਇਸ ਵੇਲੇ ਅਕਾਲੀ ਦਲ ਆਮ ਆਦਮੀ ਪਾਰਟੀ ਦਾ ਵਿਰੋਧੀ ਦਲ 'ਚ ਮੇਰੀ ਬੈਠੇ ਗੱਲ ਸੁਣੋ, ਪੁੱਛਣ ਤੇ ਤੁਸੀਂ ਮੈਨੂੰ ਮਾਈਨਿੰਗ ਬਾਰੇ ਆਏ ਹੋ ਵੈਸੇ ਤੇ ਲੈ class ਤੁਸੀਂ one। ਦੂਜੇ ਪਾਸੇ ਨੂੰ ਗਏ ਹੋ। ਮੈਂ ਬਹੁਤਾ ਇਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ। ਦੇਖੋ, ਘਰਾਂ 'ਚ ਵੀ ਕਈ ਗੱਲਾਂ ਹੋ ਜਾਂਦੀਆਂ, ਵਿਚਾਰ ਤੁਹਾਡੇ ਪਰਿਵਾਰ 'ਚ ਵੀ ਸਾਰਿਆਂ ਦੇ ਕਿਸੇ ਵੇਲੇ ਨਹੀਂ ਰਲਦੇ, ਪਰ ਹੈੱਡ ਜਿਹੜਾ ਹੁੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਆ, ਉਹ ਸਾਰਿਆਂ ਨੂੰ ਰਲ ਮਿਲ ਕੇ ਸਾਰਾ ਠੀਕ ਕਰਦਾ। ਇੱਥੇ ਵੀ ਇਹ ਜਿਹੜੇ ਪੰਜਾਬ 'ਚ ਹੈੱਡ ਸਾਡੇ ਕੈਪਟਨ ਅਮਰਿੰਦਰ ਸਿੰਘ ਨੇ, ਇਸ ਵੇਲੇ ਮੁੱਖ ਮੰਤਰੀ ਸਾਹਿਬ, ਹਾਈ ਕਮਾਂਡ ਉੱਤੇ ਬੈਠੀ ਆ। ਜੇ ਕੋਈ ਆ ਸਾਰਾ 2-4 ਦਿਨਾਂ ਦੀ ਗੱਲ ਆ, ਸਭ ਕੁਝ ਠੀਕ ਹੋਊਗਾ। ਸਾਰੇ ਰਲ ਮਿਲ ਕੇ ਜਿਹੜੇ ਸੀਨੀਅਰ ਲੀਡਰ ਆ, ਉਹ ਸਾਰੇ ਰਲ ਮਿਲ ਕੇ ਆਉਣ ਵਾਲੀ ਇਲੈਕਸ਼ਨ ਲੜਨਗੇ। ਉਹਨਾਂ ਦੀ ਅਗਵਾਈ 'ਚ ਅਸੀਂ ਲੜਾਂਗੇ ਔਰ ਇੱਥੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਾਵਾਂਗੇ। ਤੁਹਾਨੂੰ ਲੱਗਦਾ ਕਿ ਜਿਵੇਂ ਬਿਜਲੀ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ, ਹੁਣ ਮਾਈਨਿੰਗ ਬਣ ਗਿਆ, ਇਹ 3-4 ਮੁੱਦੇ, ਬੇਅਦਬੀ, ਮਾਈਨਿੰਗ, ਬਿਜਲੀ, ਇਹ 3-4 ਮੁੱਦੇ ਕਾਂਗਰਸ ਨੂੰ ਨੁਕਸਾਨ ਕਰਨਗੇ? ਜਿਸ ਤਰੀਕੇ ਨਾਲ ਅਕਾਲੀ ਦਲ ਦਾ ਇਲਜ਼ਾਮ ਲੱਗਦੇ ਸੀ, ਉਹ ਸੇਮ ਚੀਜ਼ਾਂ ਇਸ ਵੇਲੇ ਕਾਂਗਰਸ ਤੇ ਲੱਗ। ਮਾਈਨਿੰਗ ਦਾ ਮੁੱਦਾ ਅਕਾਲੀ ਦਲ ਦੀ ਦੇਣ ਸੀ। ਮਾਈਨਿੰਗ ਦਾ ਮੁੱਦਾ ਅੱਜ ਫੇਰ ਉਹਨਾਂ 4.5 ਸਾਲ ਪਿੱਛੋਂ ਜਿਹੜਾ ਰੌਲਾ ਪਾ ਕੇ ਫੇਰ ਉਹਨਾਂ ਦੀ ਦੇਣੀ ਆ। ਸਾਡੇ ਸਾਹਮਣੇ ਮਾਫੀਆ ਇੱਥੇ ਕੋਈ ਨਹੀਂ ਹੈਗਾ। ਮਾਫੀਆ ਅਸੀਂ ਖਤਮ ਕੀਤਾ ਆ। ਸਿਰਫ ਚੋਰ ਜ਼ਰੂਰ ਹੈਗੇ ਆ ਜਿਹੜੇ ਰਾਤ ਨੂੰ ਚੋਰੀ ਕਰਦੇ ਆ। ਸਾਨੂੰ ਰੈਵਨਿਊ ਵੀ ਠੀਕ ਆ ਰਿਹਾ, ਰੇਟ ਤੇ ਵੀ ਕੰਟਰੋਲ ਆ। ਬਾਕੀ ਆਪੋਜੀਸ਼ਨ ਦਾ ਕੰਮ ਆ, ਜੇ ਰੌਲਾ ਪਾਉਣਾ ਪਾਈ ਜਾਣ। ਅੱਜ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਾਡਾ 2022 ਚ ਨੁਕਸਾਨ ਤਾਂ ਨਹੀਂ ਹੋ ਸਕਦਾ? ਦੇਖੋ, ਰੇਤ ਦੇ ਗੱਲ ਤੋਂ ਕੋਈ ਨੁਕਸਾਨ ਨਹੀਂ ਹੋ ਸਕਦਾ। ਲੋਕਾਂ ਨੂੰ, ਬਹੁਤਿਆਂ ਨੂੰ ਪਤਾ ਲੱਗ ਚੁੱਕਿਆ, ਬਾਕੀਆਂ ਨੂੰ ਲੱਗ ਜਾਊਗਾ। ਅਸਲੀਅਤ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਇੱਥੇ ਹੁੰਦਾ ਕੀ ਸੀਗਾ, ਔਰ ਜਦੋਂ ਪਤਾ ਲੱਗੂਗਾ ਵੀ ਆਹ ਚੀਜ਼ਾਂ ਅਸੀਂ ਕਰ ਸਕਦੇ ਹਾਂ ਜਾਂ ਸਰਕਾਰ ਕਰ ਰਹੀ ਹੈ, ਲੋਕ ਐਡੇ ਬੇਵਕੂਫ ਨਹੀਂ, ਸਿਆਣੇ ਨੇ, ਅੱਛਾ, ਸਮਝਦੇ ਇਹ ਆ। ਦੱਸੋ ਕਿੱਥੇ ਕਿੱਥੇ ਮਾਈਨਿੰਗ ਹੋ ਸਕਦੀ? ਜਿਵੇਂ ਅਨੰਦਪੁਰ ਸਾਹਿਬ ਹਮੇਸ਼ਾ ਵਿਵਾਦਾਂ 'ਚ ਰਹਿੰਦਾ, ਹੁਣ ਬਿਆਸ ਦਰਿਆ ਵਿਵਾਦਾਂ 'ਚ ਬਣ ਗਿਆ। ਪਹਿਲਾਂ ਅਨੰਦਪੁਰ ਸਾਹਿਬ ਦਾ ਜੇ ਉੱਥੇ ਕਹਿੰਦੇ ਸੀ ਇਲੀਗਲ ਮਾਈਨਿੰਗ ਹੁੰਦੀ, ਕਿੱਥੇ ਕਿੱਥੇ ਹੁੰਦੀ ਹੈ ਔਰ ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਮੇਰੀ ਗੱਲ ਸੁਣੋ, ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਉਂਦੀ ਤੁਹਾਡੀ ਵੀ। ਇਲੀਗਲ ਮਾਈਨਿੰਗ ਠੇਕੇਦਾਰ ਤਾਂ ਕਰੂਗਾ ਜੇ ਉਹਦੇ ਕੋਲ ਅਸੀਂ ਉਹਨੂੰ ਕਪੈਸਿਟੀ ਘੱਟ ਦਿੱਤੀ ਆ, ਅਸੀਂ ਮਟੀਰੀਅਲ ਦੇ ਹਿਸਾਬ ਨਾਲ ਉਹਦੇ ਕੋਲ ਪੈਸੇ ਲੈਣ ਡਏ ਆ। 4 ਕਰੋੜ ਟਨ ਨੂੰ ਅਸੀਂ ਗਿਣਿਆ ਆ। ਅੱਜ ਜੇ ਪੰਜਾਬ 'ਚ ਖਪਤ 4 ਕਰੋੜ ਟਨ ਤੋਂ ਵੱਧ ਹੋਊਗੀ ਤੇ ਫਿਰ ਉਹਨੂੰ ਇਲੀਗਲ ਕਰਨ ਦੀ ਲੋੜ ਆ। ਜੇ ਉਹਦੀ ਖਪਤ ਹੀ ਨਹੀਂ ਜਦੋਂ ਵੱਧ ਹੋਣੀ, 4 ਕਰੋੜ ਤੋਂ ਵੀ ਘੱਟ ਹੋਣੀ ਆ, ਅਸੀਂ 4 ਕਰੋੜ ਟਨ ਦੇ ਉਹਦੇ ਕੋਲ ਪੈਸੇ ਲੈ ਲੈਣੇ ਆ, ਉਹਦੀ ਹੋਵੇ ਨਾ ਹੋਵੇ, ਫਿਰ ਉਹ ਇਲੀਗਲ ਕਿਉਂ ਕਰੂਗਾ? ਹਾਂ, ਉਹਦੇ ਕੋਲ ਘੱਟ ਮਟੀਰੀਅਲ ਹੈ, ਫਿਰ ਉਹ ਕਰੂਗਾ। ਮੈਂ ਤੁਹਾਨੂੰ ਵਾਰ-ਵਾਰ ਕਹਿਣਾ, ਇੱਥੇ ਜੇ ਡਿਮਾਂਡ ਵਧੂਗੀ ਉਨੀ ਸਾਡਾ ਰੈਵਨਿਊ ਵੀ ਵੱਧ ਜਾਊਗਾ। ਅਸੀਂ ਨਾਲੋਂ ਨਾਲ ਚੈੱਕ ਕਰਦੇ ਹਾਂ। ਜਿਸ ਤਰ੍ਹਾਂ ਪਿਛਲੀ ਵਾਰ ਸਾਡੀ 304 ਕਰੋੜ ਦੀ ਆਪਸ਼ਨ ਸੀਗੀ, ਜਿਹੜੇ ਦੱਸਿਆ 263 ਕਰੋੜ ਆਇਆ। ਸਾਡੀ 3 ਸਾਲ ਦੀ ਪਾਲਿਸੀ ਆ, ਆਟੋਮੈਟਿਕਲੀ ਇਸ ਸਾਲ 7% ਇਨਕਰੀਜ਼ ਹੋ ਗਈ। ਮਤਲਬ 21-22 ਕਰੋੜ ਰੁਪਈਆ ਉੱਤੇ ਹੋਰ ਵੱਧ ਗਿਆ। ਐਰਕਾ 324-25 ਕਰੋੜ ਦਾ ਜਿਹੜੀ ਸਾਡਾ ਰੈਵਨਿਊ ਦੀ ਸਾਨੂੰ ਆਸ ਹੈ, ਜਿਸ 'ਚ ਮੈਂ ਤੁਹਾਨੂੰ ਦੱਸ ਚੁੱਕਾ ਅਜੇ ਕੁਆਟਰ ਸਾਡਾ 1 ਲੰਘਿਆ, 3 ਮਹੀਨੇ ਲੰਘਿਆ, ਰੈਵਨਿਊ 80 ਕਰੋੜ ਸਾਡੇ ਕੋਲ ਆ ਚੁੱਕਾ। ਇਸ ਕਰਕੇ ਇਸ ਵੇਲੇ ਅਸੀਂ ਟਾਰਗੇਟ ਤੇ ਬਿਲਕੁਲ ਪੂਰੇ ਜਾ ਰਹੇ ਹਾਂ। ਲਾਸਟ ਟਾਈਮ ਮੁਸ਼ਕਲਾਂ ਕਈ ਆਈਆਂ ਸੀਗੀਆਂ, ਉਹ ਅਸੀਂ ਐਰਕਾਂ ਦੂਰ ਕਰ ਰਹੇ ਹਾਂ। ਕੋਈ ਨਿੱਕੀ ਮੋਟੀ ਹੋਰ ਵੀ ਆ ਰਹੀ, ਉਹ ਦੂਰ ਹੋ ਜਾਊਗੀ। ਧੰਨਵਾਦ। ਤਾਂ ਮਾਈਨਿੰਗ ਮਿਨਿਸਟਰ तमाम सवालों के बड़े बेबाकी के नाल जवाब दिता, किस तरीके दे नाल पंजाब च माइनिंग चल रही है, किस तरीके नाल जो इल्ज़ाम लग रहे सी उन्हां दे उत्ते भी खुल के बोले और नाल ही नाल साफ तौर पर कहा कि पंजाब दे विच इस वेले माइनिंग माफिया खत्म है, चोरी जरूर हुंदी है, उस पर भी कंट्रोल करने की कोशिश जिहड़ी है वो की जा रही है। फिलहाल मैनूं दिओ इजाजत, धन्नवाद। सुख